ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਦੇ ਰਹੇ, ਜੋ ਸਾਨੂੰ ਸਮਝਾ ਰਹੇ ਨੇ, ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਜਿੱਥੇ ਆ ਕੇ ਆਪਾਂ ਇਹ ਸਿੱਖਿਆ ਲੈਣੀ, ਜੋ ਸਾਨੂੰ ਸਤਿਗੁਰੂ ਉਪਦੇਸ਼ ਦੇ ਰਹੇ, ਉਸ ਉਪਦੇਸ਼ ਨੂੰ ਸੁਣਨਾ ਧਿਆਨ ਦੇ ਨਾਲ ਤੇ ਸੁਣ ਕੇ ਮੰਨਣਾ, ਕਮਾਉਣਾ। ਤੇ ਜਦੋਂ ਅਸੀਂ ਧਿਆਨ ਦੇ ਨਾਲ ਸੁਣਾਂਗੇ, ਸਾਨੂੰ ਸਮਝ ਆਏਗੀ ਕਿ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਫਿਰ ਮੰਨਣ ਦੀ ਅਵਸਥਾ, ਜਦੋਂ ਸਾਨੂੰ ਸਮਝ ਲੱਗੇਗੀ ਕੀ ਸਮਝਾ ਰਹੇ ਨੇ, ਫਿਰ ਉਸ ਤੋਂ ਬਾਅਦ ਅਸੀਂ ਮੰਨਾਂਗੇ। ਜਦ ਤੱਕ ਹੁਣ ਸਾਨੂੰ ਇਹੀ ਨਹੀਂ ਪਤਾ ਕਿ ਸਾਨੂੰ ਕੀ ਸਮਝਾ ਰਹੇ ਨੇ, ਕੀ ਸਾਨੂੰ ਉਪਦੇਸ਼ ਦੇ ਰਹੇ, ਤੇ ਉਹਨਾਂ ਸਮਾਂ ਮੰਨਣਾ ਤਾਂ ਅਸੀਂ ਕੀ ਆ, ਮੰਨਣ ਦੀ ਅਵਸਥਾ ਤਾਂ ਵੱਧਦੀ। ਇਸ ਵਾਸਤੇ ਫਿਰ ਇਸ ਸਤ ਸੰਗਤ ਨੂੰ ਸਤਿਗੁਰ ਦਾ ਸਕੂਲ ਆਖਿਆ, ਜਿੱਥੇ ਆ ਕੇ ਆਪਾਂ ਇਹ ਸਿੱਖਿਆ ਲੈਣੀ, ਇਹ ਸੋਝੀ ਲੈਣੀ, ਜੋ ਸਾਨੂੰ ਸਤਿਗੁਰੂ ਗਿਆਨ ਦੇ ਰਹੇ ਬ੍ਰਹਮ ਦਾ, ਉਹ ਅਸੀਂ ਗਿਆਨ ਲੈਣਾ ਸਤਿਗੁਰਾਂ ਪਾਸੋਂ, ਤਾਂ ਕਿ ਸਾਡਾ ਜਿਹੜਾ ਜੀਵਨ ਹੈ, ਇਹ ਜੀਵਨ ਦਾ ਅਸੀਂ ਲਾਹਾ ਖੱਟ ਕੇ ਇਹ ਤੋਂ ਵਾਪਸ ਆਪਦੇ ਘਰ ਜਾਈਏ। ਉਹ ਹੁਣ ਤਾਂ ਹੀ ਹੋਏਗਾ ਜਦੋਂ ਸਾਨੂੰ ਗਿਆਨ ਹੋਏਗਾ ਆਪਣੇ ਘਰ ਦਾ, ਫਿਰ ਹੀ ਸਾਡਾ ਮਨ ਆਪਣੇ ਘਰ ਬਹਿੰਦਾ। ਜਦ ਤੱਕ ਇਹਨੂੰ ਆਪਦੇ ਘਰ ਦਾ ਗਿਆਨ ਨਹੀਂ, ਉਹਨਾਂ ਸਮਾਂ ਇਹ ਘਰੇ ਨਹੀਂ ਬੈਠੇਗਾ। ਫਿਰ ਇਸ ਵਾਸਤੇ ਜਦੋਂ ਸਾਡੇ ਤੇ ਮਾਲਕ ਦੀ ਕਿਰਪਾ ਹੁੰਦੀ, ਨਜ਼ਰ ਹੁੰਦੀ, ਉਹ ਸਾਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਂਦੇ। ਫਿਰ ਸਤ ਸੰਗਤ ਜਾ ਕੇ ਸਾਨੂੰ ਗਿਆਨ ਹੁੰਦਾ, ਤੇ ਜਦੋਂ ਸਾਡੇ ਮਨ ਨੂੰ ਗਿਆਨ ਹੁੰਦਾ, ਫਿਰ ਥਿਰ ਘਰ ਨਿਜ ਘਰ ਦੇ ਵਿੱਚ ਬਹਿੰਦਾ। ਮਾਰੇ ਫਰਮਾਉਂਦੇ ਨਦਰ ਪ੍ਰਭੂ, ਸਤ ਸੰਗਤ ਪਾਈ ਤਾਂ ਨਿਜ ਘਰ ਹੋਆ ਵਸ।
ਇਹ ਜਦੋਂ ਮਾਲਕ ਦੀ ਸਾਡੇ 'ਤੇ ਨਜ਼ਰ ਹੋਈ, ਕਿਰਪਾ ਹੋਈ, ਸਾਨੂੰ ਸਤ ਸੰਗਤ ਮਿਲੀ ਅਤੇ ਸਤ ਸੰਗਤ ਦੇ ਵਿੱਚ ਆ ਕੇ ਸਾਡੇ ਮਨ ਦਾ ਜਿਹੜਾ ਵਾਸਾ ਸੀ ਉਹ ਥਿਰ ਘਰ ਦੇ ਵਿੱਚ ਹੋ ਗਿਆ, ਨਿਜ ਘਰ ਦੇ ਵਿੱਚ ਹੋ ਗਿਆ। ਹੁਣ ਇਹ ਨਿਜ ਘਰ ਕਿੱਥੇ ਹੈ ਜਿਹਦੇ ਵਿੱਚ ਸਾਡੇ ਮਨ ਨੇ ਵਾਸਾ ਕਰਨਾ? ਉਹ ਕਿਸੇ ਹੈ ਮਹਿਲ, ਜਿਹੜੇ ਮਹਿਲ ਦੇ ਵਿੱਚ ਸਾਨੂੰ ਸਤਿਗੁਰੂ ਰੋਜ਼ ਬੁਲਾਉਂਦੇ ਨੇ ਅਤੇ ਆਪਾਂ ਪੜ੍ਹਦੇ ਹਾਂ, ਨਿਜ ਘਰ ਮਹਿਲ ਭਾਵੋ ਸੁਖ ਸਹਿਜੇ, ਬੋਹਰ ਨਾ ਹੋਏ ਕੋ ਫੇਰਾ। ਕਿ ਜੇ ਅਸੀਂ ਹੁਣ ਨਿਜ ਮਹਿਲ ਦੇ ਵਿੱਚ ਚਲੇ ਜਾਈਏ ਅਤੇ ਦੁਬਾਰਾ ਸਾਡਾ ਸੰਸਾਰ 'ਚ ਫੇਰਾ ਨਹੀਂ ਹੁੰਦਾ। ਫਿਰ ਇਹਦਾ ਭਾਵ ਹੀ ਅਸੀਂ ਦੁਬਾਰਾ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਂਦੇ। ਸਾਨੂੰ ਦੁਬਾਰਾ ਵਾਪਸ ਨਹੀਂ ਭੇਜਿਆ ਜਾਂਦਾ ਜੂਨਾਂ ਦੇ ਵਿੱਚ, ਆਕਾਰ ਦੇ ਵਿੱਚ। ਹੁਣ ਉਹ ਨਿਜ ਬਾਰੇ, ਮਹਿਲ ਬਾਰੇ ਅਸੀਂ ਪੜ੍ਹ ਤਾਂ ਲੈਂਦੇ ਅਤੇ ਪੜ੍ਹ ਕੇ ਅਸੀਂ ਅੱਗੇ ਟੱਪ ਜਾਂਦੇ। ਇਹਨੂੰ ਅਸੀਂ ਫਿਰ ਵਿਚਾਰਨਾ ਹੁੰਦਾ ਕਿ ਉਹ ਨਿਜ ਮਹਿਲ ਕਿੱਥੇ ਹੈ ਜਿਹਦੇ ਵਿੱਚ ਜਾਣ ਦੇ ਨਾਲ ਦੁਬਾਰਾ ਸਾਡਾ ਸੰਸਾਰ 'ਚ ਫੇਰਾ ਨਹੀਂ ਹੋਣਾ। ਉਹ ਨਿਜ ਮਹਿਲ ਦੇ ਵਿੱਚ ਐਸਾ ਕੀ ਹੈ ਵੀ ਜਿੱਥੇ ਜਾਣ ਦੇ ਨਾਲ ਸਾਨੂੰ ਦੁਬਾਰਾ ਨਹੀਂ ਆਉਣਾ ਪੈਂਦਾ ਵਾਪਸ? ਉਹ ਨਿਜ ਮਹਿਲ ਨੂੰ ਕਿਹੜਾ ਦਰਵਾਜ਼ਾ ਲੱਗਿਆ, ਕਿਹੜਾ ਜਿੰਦਰਾ ਲੱਗਿਆ ਹੈ, ਕਿਵੇਂ ਅਸੀਂ ਉਹ ਦਰਵਾਜ਼ੇ ਨੂੰ ਖੋਲ੍ਹਣਾ, ਕਿਵੇਂ ਉਹ ਜਿੰਦਰੇ ਨੂੰ ਖੋਲ੍ਹਣਾ? ਇਹ ਫਿਰ ਸਾਰਾ ਆਪਣੇ ਅੰਦਰ ਦੀ ਖੋਜ ਸ਼ੁਰੂ ਹੋ ਜਾਂਦੀ। ਤਾਂਹੀਓ ਆਪ ਨੂੰ ਸਮਝਾਉਂਦੇ ਵੀ ਜੋ ਗੁਰਬਾਣੀ ਗੁਰੂ 1430 ਅੰਗ, ਇਹ ਸਾਰੀ ਸਾਡੀ ਇਸ ਕਾਇਆ ਦੀ, ਸਾਡੇ ਅੰਦਰ ਦੀ ਖੋਜ ਕਰਕੇ ਸਾਨੂੰ ਦੱਸਿਆ ਹੋਇਆ। ਜਿਹੜੇ ਫਿਰ ਗੁਰਮੁਖ ਨੇ ਉਹ ਇਸ ਕਾਇਆ ਦੀ ਖੋਜ ਕਰਦੇ, ਉਹ ਬਾਰੀ ਭਰਮ ਦੇ ਵਿੱਚ ਨਹੀਂ ਪੈਂਦੇ, ਅਗਿਆਨਤਾ ਦੇ ਵਿੱਚ ਨਹੀਂ ਪੈਂਦੇ। ਮਾਰੇ ਫਰਮਾਉਂਦੇ ਗੁਰਮੁਖ ਹੋਵੇ ਸੋ ਕਾਇਆ ਖੋਜੀ, ਹੋਰ ਸਭ ਭਰਮ ਭੁਲਾਈ। ਬਈ ਜਿਹੜਾ ਗੁਰਮੁਖ ਹੋਵੇ ਇਸ ਕਾਇਆ ਦੀ, ਕਾਇਆ ਕਹਿੰਦੇ ਸਰੀਰ ਨੂੰ, ਵੀ ਉਹ ਇਹ ਕਾਇਆ ਦੀ ਖੋਜ ਕਰਦਾ ਹੈ, ਅੰਦਰ ਦੀ ਖੋਜ ਕਰਦਾ ਹੈ, ਹੋਰ ਉਹ ਭਰਮਾਂ 'ਚ ਨਹੀਂ ਪੈਂਦਾ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਸਾਰੀ ਖੋਜ ਆਪਣੀ ਕਾਇਆ ਦੀ ਕਰਕੇ ਹੀ ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸਿਆ ਹੋਇਆ, ਅਤੇ ਤੁਸੀਂ ਵੀ ਖੋਜੋ। ਆਪਾਂ ਨੂੰ ਦੱਸ ਦਿੱਤਾ ਵੀ ਜੋ ਅਸੀਂ ਬਾਹਰੀ ਬ੍ਰਹਿਮੰਡ 'ਚ ਦੇਖਦੇ ਹਾਂ, ਇਹ ਸਰੀਰ ਨੂੰ ਪਿੰਡਾ ਕਹਿੰਦੇ ਨੇ, ਕਾਇਆ ਨੂੰ। ਜੋ ਆਪਾਂ ਬਾਹਰ ਦੇਖਦੇ ਹਾਂ ਉਹੀ ਉਹ ਸਾਡੇ ਅੰਦਰ ਮੌਜੂਦ ਹੈ। ਸਤਿਗੁਰੂ ਫਰਮਾਉਂਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜਿਹੜਾ ਵੀ ਇਸ ਕਾਇਆ ਦੀ ਖੋਜ ਕਰੇਗਾ ਉਹ ਪਾਲੇਗਾ, ਆਪਣੇ ਘਰ ਨੂੰ ਚਲਾ ਜਾਏਗਾ, ਮਾਲਕ ਦੇ ਨਾਲ ਉਸ ਦਾ ਮਿਲਾਪ ਹੋ ਜਾਏਗਾ। ਹੁਣ ਜਿਹੜੇ ਫਿਰ ਕੋਈ ਗੁਰਮੁਖ ਇਸ ਕਾਇਆ ਦੀ ਘਰ ਦੀ ਖੋਜ ਕਰਦੇ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਵੱਡੇ ਭਾਗਾਂ ਵਾਲੇ ਕਹਿ ਦਿੱਤਾ। ਅਤੇ ਇਹ ਖੋਜ ਫਿਰ ਕਰਦੇ ਕਿਵੇਂ? ਸਿਮਰਨ ਅਭਿਆਸ ਕਰ ਕਰਕੇ, ਸ਼ਬਦ ਦੀ ਕਮਾਈ ਕਰ ਕਰਕੇ ਗੁਰਮੁਖ ਫਿਰ ਅੰਤਰਮੁਖੀ ਹੋ ਜਾਂਦੇ ਅਤੇ ਅੰਦਰ ਦੀ ਖੋਜ ਕਰਦੇ। ਮਾਰੇ ਫਰਮਾਉਂਦੇ ਖੋਜ ਤੇ ਵਡਭਾਗੀ, ਰਾਮ ਰਾਮ ਬੋਲ ਬੋਲ। ਇਹ ਉਹ ਵੱਡੇ ਭਾਗਾਂ ਵਾਲੇ ਜਿਹੜੇ ਫਿਰ ਇਸ ਅੰਦਰ ਦੀ ਕਾਇਆ ਦੀ ਗੁਰਮੁਖ ਖੋਜ ਕਰਦੇ ਨੇ। ਇਹ ਆਪਾਂ ਹੁਣ ਖੋਜਣਾ ਕੀ ਹੈ? ਅਸੀਂ ਖੋਜਣਾ ਆਪਦੇ
ਘਰ ਨੂੰ, ਮਹਿਲ ਦੀ ਖੋਜ ਕਰਨੀ। ਅਸੀਂ ਖੋਜ ਕਰਨੀ ਨਾਮ ਦੀ, ਵੀ ਜਿਸ ਨਾਮ ਨੂੰ ਅਸੀਂ ਜਾਣੇ ਅਣਜਾਣੇ ਵਿੱਚ ਮੰਗ ਤਾਂ ਕਰਦੇ ਹਾਂ, ਮੰਗਦੇ ਹਾਂ ਕਿ ਸਾਨੂੰ ਨਾਮ ਦੀ ਦਾਤ ਦੇਵੋ ਜੀ। ਅਰਦਾਸ ਦੇ ਵਿੱਚ ਵੀ ਇਹੋ ਗੁਰਮੁਖ ਮੰਗਦੇ ਸਿੱਖਾਂ ਨੂੰ, ਦਾਨਾ ਸਿਰਦਾਨ ਨਾਮ ਦਾ। ਇਹ ਜਿਹੜਾ ਅਸੀਂ ਨਾਮ ਦਾ ਦਾਨ ਮੰਗਦੇ ਹਾਂ, ਇਹ ਨਾਮ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲਦਾ, ਕੋਈ ਸਾਨੂੰ ਦੇ ਨਹੀਂ ਸਕਦਾ। ਇਹ ਨਾਮ ਸਾਡੇ ਸਾਰਿਆਂ ਦੇ ਅੰਦਰ ਹੈ, ਇਸ ਕਾਇਆ ਦੇ ਵਿੱਚ। ਮਹਾਰਾਜ ਫਰਮਾਉਂਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਕਿ ਸਾਡੀ ਦੇਹ ਦੇ ਵਿੱਚ। ਹੁਣ ਅਸੀਂ ਖੋਜ ਕਰਨੀ ਹੈ ਨਾਮ ਦੀ, ਕਿ ਸਾਡੇ ਅੰਦਰ ਨਾਮ ਹੈ ਅਤੇ ਉਹ ਨਾਮ ਹੈ ਕਿੱਥੇ। ਤੇ ਖੋਜ ਸ਼ੁਰੂ ਹੋ ਜਾਏਗੀ। ਜੇ ਤਾਂ ਹੁਣ ਅਸੀਂ ਵਪਾਰੀ ਹਾਂ ਨਾਮ ਦੇ, ਫਿਰ ਤਾਂ ਅਸੀਂ ਨਾਮ ਦੀ ਖੋਜ ਕਰਾਂਗੇ। ਅਤੇ ਜੇ ਅਸੀਂ ਵਪਾਰੀ ਹਾਂ ਕੱਚੇ ਦੇ, ਮਾਇਆ ਦੇ, ਫਿਰ ਅਸੀਂ ਇਹ ਨਾਮ ਦੀ ਖੋਜ ਨਹੀਂ ਕਰਾਂਗੇ। ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਆਪਾਂ ਆਉਂਦੇ ਹਾਂ, ਸਾਡੇ ਮਨ ਜੋ ਵੀ ਇਹ ਆਪਾਂ ਨੂੰ ਆਕਾਰ ਮਿਲੇ, ਆਪਾਂ ਆਕਾਰ ਦੇ ਵਿੱਚ ਆ ਜਾਂਦੇ ਹਾਂ। ਸਾਰੇ ਆਪਾਂ ਇਸ ਲੋਕ ਦੇ ਵਿੱਚ ਵਣਜਾਰੇ ਹਾਂ, ਆਪਾਂ ਵਣਜ ਕਰਨ ਵਾਸਤੇ ਆਉਂਦੇ। ਵਣਜ ਕਹਿੰਦੇ ਵਪਾਰ ਕਰਨ। ਸਤਿਗੁਰੂ ਫਰਮਾਉਂਦੇ ਜੇਤੇ ਜੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ। ਕਿ ਜਿੰਨੇ ਵੀ ਜੀ, ਜਿੰਨੇ ਵੀ ਮਨ ਨੇ, ਸਾਰੇ ਵਣਜਾਰੇ ਵਣਜ ਕਰਨ ਵਾਸਤੇ ਆਉਂਦੇ। ਅਤੇ ਵਣਜ ਕੀਤਾ ਜਾਂਦਾ ਇਹਨਾਂ ਸਵਾਸਾਂ ਦੇ ਨਾਲ। ਅਸੀਂ ਸਵਾਸਾਂ ਦਾ ਧਨ ਲੈ ਕੇ ਆਉਂਦੇ। ਸਵਾਸਾਂ ਦਾ ਧਨ ਲੈ ਕੇ ਜਿਉਂ ਹੀ ਸਾਡਾ ਮਨ ਇਹ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦਾ ਹੈ, ਇਸ ਸਰੀਰ ਨੂੰ ਪਿੰਡ, ਖੇਤ, ਧਰਤੀ, ਦੇਸ਼, ਸ਼ਹਿਰ ਦਾ ਨਾਮ ਦਿੱਤਾ। ਹੁਣ ਇਹਦੇ ਵਿੱਚ ਬਹੁਤ ਵੱਡਾ ਦੇਸ਼ ਦੇ ਬਾਜ਼ਾਰ ਲੱਗਿਆ ਹੋਇਆ, ਹੱਟ ਖੁੱਲ੍ਹੇ ਨੇ। ਜਿਵੇਂ ਆਪਾਂ ਦੇਖਦੇ ਸ਼ਹਿਰਾਂ ਦੇ ਵਿੱਚ ਬਾਜ਼ਾਰ ਹੁੰਦਾ ਹੈ ਅਤੇ ਦੁਕਾਨਾਂ ਖੁੱਲ੍ਹ ਜਾਂਦੀਆਂ। ਇਸੇ ਤਰ੍ਹਾਂ ਹੀ ਇਹ ਸਰੀਰ ਦੇ ਵਿੱਚ ਇਹਦੇ ਅੰਦਰ ਹੱਟ ਲੱਗੇ ਹੋਏ ਨੇ, ਦੁਕਾਨਾਂ ਲੱਗੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹੱਟ ਪੱਟਣ ਬਾਜ਼ਾਰ। ਇਸ ਕਾਇਆ ਦੇ ਵਿੱਚ ਬਹੁਤ ਵੱਡਾ ਬਾਜ਼ਾਰ ਲੱਗਿਆ ਹੈ। ਅਤੇ ਜਿਉਂ ਹੀ ਮਨ ਆਉਂਦਾ ਇਹ ਬਾਜ਼ਾਰ ਖੁੱਲ੍ਹ ਜਾਂਦਾ, ਦੁਕਾਨਾਂ ਖੁੱਲ੍ਹ ਜਾਂਦੀਆਂ। ਹੁਣ ਮਹਾਰਾਜ ਕਹਿੰਦੇ ਵੀ ਇੱਕ ਤਾਂ ਜੀਵ ਇੱਧਰ ਆ ਕੇ ਕੱਚਾ ਵਪਾਰ ਕਰਨਾ ਸ਼ੁਰੂ ਕਰ ਦਿੰਦੇ, ਅਤੇ ਇੱਕ ਗੁਰਮੁਖ ਰਤਨਾਂ ਦੇ ਵਪਾਰੀ ਬਣ ਕੇ ਆਉਂਦੇ ਨਾਮ ਦੇ। ਫਰਮਾਉਂਦੇ ਇੱਕ ਰਤਨ ਪਦਾਰਥ ਵਣਜਦੇ, ਇੱਕ ਕੱਚੇ ਦੇ ਵਪਾਰ। ਹੁਣ ਇਹ ਕੱਚਾ ਵਪਾਰ ਕਿਵੇਂ ਹੁੰਦਾ ਅਤੇ ਰਤਨਾਂ ਦਾ ਵਪਾਰ ਕਿਵੇਂ ਹੁੰਦਾ। ਜਿਹੜੇ ਦਾ ਜੀਵ ਇੱਧਰ ਆਏ, ਆਪਦੀ ਮੱਤ ਦੁਆਰਾ ਉਹਨਾਂ ਨੇ ਚੱਲਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕੱਚਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਤ੍ਰੈ ਗੁਣ ਜਿਹੜੇ ਇਹਨਾਂ ਹੱਟਾਂ ਤੋਂ ਉਹਨਾਂ ਨੇ ਸੌਦਾ ਲੈਣਾ ਸ਼ੁਰੂ ਕਰ ਦਿੱਤਾ। ਕੋਈ ਰਜੋ ਗੁਣ 'ਤੇ ਚਲਾ ਗਿਆ, ਕੋਈ ਤਮੋ ਗੁਣ 'ਤੇ, ਕੋਈ ਸਤੋ ਗੁਣ 'ਤੇ ਚਲਾ ਗਿਆ। ਇਸੋਂ ਫਿਰ ਜਿਹੜਾ ਸੌਦਾ ਮਿਲਦਾ ਦੁਕਾਨਾਂ ਤੋਂ, ਜਿਹੜਾ ਸਤੋ ਗੁਣ ਹੈ
ਉਹਦੇ ਵਿੱਚ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਇਹ ਗੁਣ ਨੇ। ਇਹ ਇੱਥੋਂ ਹੱਟ ਤੋਂ ਸੌਦਾ ਮਿਲਦਾ। ਜਦੋਂ ਸਾਡੇ ਅੰਦਰ ਇਹ ਗੁਣ ਹੁੰਦੇ ਉਦੋਂ ਅਸੀਂ ਇਹ ਸਤੋਗੁਣੀ ਹੱਟ 'ਤੇ ਬੈਠੇ ਹੁੰਦੇ। ਇੱਥੋਂ ਅਸੀਂ ਇਹ ਸੌਦਾ ਲੈਂਦੇ ਅਤੇ ਆਪਦਾ ਸਵਾਸਾਂ ਦਾ ਧਨ ਇੱਥੇ ਖਰਚ ਕਰਦੇ। ਫਿਰ ਜਿਹੜਾ ਰਜੋਗੁਣੀ ਹੱਟ ਹੈ ਉੱਥੋਂ ਜਿਹੜਾ ਸੌਦਾ ਮਿਲਦਾ ਉਹਦੇ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸਹਿੰਸੀ, ਫਿਕਰ, ਚਿੰਤਾ, ਇਹ ਪਰਿਵਾਰ, ਗ੍ਰਹਿਸਥ, ਜਦੋਂ ਸਾਡੇ ਅੰਦਰ ਇਹ ਵਿਚਾਰ ਚੱਲਦੇ ਉਦੋਂ ਸਾਡਾ ਮਨ ਇਹ ਰਜੋਗੁਣੀ ਹੱਟ 'ਤੇ ਹੁੰਦਾ। ਇੱਥੋਂ ਅਸੀਂ ਇਹ ਸੌਦਾ ਲੈਂਦੇ ਅਤੇ ਆਪਦਾ ਸਵਾਸਾਂ ਦਾ ਧਨ ਇੱਥੇ ਖਰਚ ਕਰਦੇ। ਫਿਰ ਜਿਹੜਾ ਤਮੋਗੁਣੀ ਹੱਟ ਹੈ ਉਹਦੇ ਵਿੱਚ ਜਿਹੜੇ ਗੁਣ ਉੱਥੋਂ ਜਿਹੜਾ ਸੌਦਾ ਮਿਲਦਾ ਹੈ ਉਹਦੇ ਵਿੱਚ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਈਰਖਾ, ਵੈਰ, ਵਿਰੋਧ, ਨਫ਼ਰਤ, ਲੜਾਈਆਂ, ਝਗੜੇ। ਜਦੋਂ ਇਹ ਸਾਡੇ ਅੰਦਰ ਵਿਚਾਰ ਚੱਲਦੇ ਅਸੀਂ ਉਹ ਤਮੋਗੁਣੀ ਹੱਟ ਤੋਂ ਸੌਦਾ ਲੈ ਰਹੇ ਹਾਂ ਅਤੇ ਉੱਥੇ ਅਸੀਂ ਇਹ ਧਨ ਸਵਾਸਾਂ ਦਾ ਖਰਚ ਕਰ ਰਹੇ ਹਾਂ। ਹੁਣ ਇਹ ਜਿਹੜੇ ਤਿੰਨ ਹੱਟ ਨੇ ਇਹਨਾਂ ਦਾ ਮੁਖੀ ਜੋ ਹੈ ਉਹ ਕਾਲ ਹੈ। ਇਹ ਕਾਲ ਦੇ ਸਪੁਰਦ ਨੇ। ਇਹ ਤ੍ਰੈ ਗੁਣਾਂ ਨੂੰ ਮਾਇਆ ਆਖੀਏ। ਇਸੋਂ ਜਿਹੜਾ ਸੌਦਾ ਮਿਲਦਾ ਇਹ ਨਾਸਵਾਨ, ਇਹਨੂੰ ਅਸੀਂ ਇੱਥੋਂ ਨਾਲ ਨਹੀਂ ਲਿਜਾ ਸਕਦੇ। ਇਹਨੂੰ ਫਿਰ ਕਹਿੰਦੇ ਕੱਚਾ ਵਪਾਰ, ਵੀ ਆਪਦਾ ਧਨ ਸਵਾਸਾਂ ਦਾ ਇੱਥੇ ਖਰਚ ਕਰਨਾ ਅਤੇ ਕੱਚਾ ਮਾਲ ਖਰੀਦੀ ਜਾਣਾ। ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਵੈਰ, ਵਿਰੋਧ, ਈਰਖਾ, ਨਫ਼ਰਤ, ਇਹ ਸੌਦਾ ਲਈ ਜਾਣਾ। ਅਤੇ ਜਿਹੜੇ ਗੁਰਮੁਖ ਫਿਰ ਉਹ ਇੱਥੇ ਨਾਮ ਦਾ ਵਪਾਰ ਕਰਦੇ, ਨਾਮ ਦਾ ਵਣਜ ਕਰਦੇ। ਉਹ ਵੀ ਫਿਰ ਜਦੋਂ ਇੱਥੇ ਆਉਂਦੇ ਬਾਜ਼ਾਰ ਦੇ ਵਿੱਚ ਉਹ ਆ ਕੇ ਫਿਰ ਪੁੱਛਦੇ, ਜਿਵੇਂ ਆਪਾਂ ਦੇਖਦੇ ਹਾਂ ਵੀ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਹੁੰਦੀਆਂ ਅਤੇ ਉਹਨਾਂ ਦੁਕਾਨਾਂ ਦੇ ਅੱਗੇ ਜੀਵ ਖੜ੍ਹੇ ਕੀਤੇ ਹੁੰਦੇ, ਦੱਸਦੇ ਵੀ ਆਹ ਸਾਤੋਂ ਦੁਕਾਨ ਤੋਂ ਸੌਦਾ ਲਓ, ਆਓ ਜੀ, ਆਓ ਜੀ। ਹੁਣ ਇਸੇ ਤਰ੍ਹਾਂ ਹੀ ਇਹ ਤਾਂ ਜਿਹੜੇ ਤਿੰਨ ਗੁਣੀ ਹੱਟ ਨੇ, ਤ੍ਰੈ ਗੁਣ, ਇੱਥੋਂ ਇਹ ਕਾਲ ਦਾ ਸੌਦਾ ਮਿਲਦਾ। ਅਤੇ ਇਹ ਪੰਜ ਕਾਲ ਦੇ ਨੁਮਾਇੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮਨ ਨੂੰ ਲੈ ਕੇ ਜਾਂਦੇ ਵੀ ਇੱਥੋਂ ਲੈ ਲਓ ਸੌਦਾ, ਇੱਥੋਂ ਲੈ ਲਓ, ਇੱਥੋਂ ਲੈ ਲਓ ਸਾਡੀਆਂ ਦੁਕਾਨਾਂ ਤੋਂ। ਅਤੇ ਜਿਹੜੇ ਗੁਰਮੁਖ ਫਿਰ ਉਹਨਾਂ ਨੂੰ ਜਦੋਂ ਆਉਂਦੇ ਉਹ ਫਿਰ ਇੱਥੇ ਆ ਕੇ ਪੁੱਛਦੇ ਵੀ ਅਸੀਂ ਉਹ ਹਰੀ ਦੇ ਹੱਟ 'ਤੇ ਜਾਣਾ, ਜਿਹੜਾ ਮੁਖ ਦਾ ਹੱਟ, ਵੀ ਜਿੱਥੋਂ ਨਾਮ ਰਤਨ ਮਿਲਦਾ। ਫਿਰ ਜਿਹੜੇ ਗੁਰਮੁਖ ਸੰਤ ਉਹ ਫਿਰ ਉਸ ਹੱਟ ਦੀ ਜਾਣਕਾਰੀ ਦਿੰਦੇ, ਉਹ ਹੱਟ ਦਾ ਭੇਜ ਦਿੰਦੇ ਵੀ ਉਹ ਹੱਟ ਹੈ ਜਿਹੜਾ ਉਹ ਕਿੱਥੇ ਹੈ, ਵੀ ਕਿਵੇਂ ਅਸੀਂ ਉਹ ਹੱਟ ਤੋਂ ਸੌਦਾ ਲੈ ਸਕਦੇ ਹਾਂ ਅਤੇ ਕਿਵੇਂ ਅਸੀਂ ਉਹ ਹੱਟ ਤੱਕ ਪਹੁੰਚ ਸਕਦੇ ਹਾਂ। ਉਹ ਫਿਰ ਸਾਨੂੰ ਉਹ ਹੱਟ ਦਾ ਗਿਆਨ ਦਿੰਦੇ। ਜਦੋਂ ਆਪਾਂ ਫਿਰ ਬੇਨਤੀ ਕਰਦੇ ਹਾਂ ਵੀ ਸਾਨੂੰ ਨਾਮ ਦੀ ਦਾਤ ਚਾਹੀਦੀ ਹੈ, ਸਤਿਗੁਰਾਂ ਪਾਸ ਆਉਂਦੇ ਹਾਂ, ਬੇਨਤੀ ਕਰਦੇ ਹਾਂ ਵੀ ਸਾਨੂੰ ਨਾਮ ਦੇਵੋ ਜੀ। ਹੁਣ ਇੱਥੋਂ ਸਾਡਾ ਫਿਰ ਪਤਾ ਲੱਗਦਾ ਵੀ ਅਸੀਂ ਵਾਕਈ ਨਾਮ ਦੇ ਵਪਾਰੀ ਹਾਂ ਕਿ ਜਾਂ ਅਸੀਂ ਕੱਚੇ ਦੇ ਵਪਾਰੀ ਹਾਂ। ਜੇ ਤਾਂ ਅਸੀਂ ਕੱਚੇ ਦੇ ਵਪਾਰੀ ਹਾਂ ਫਿਰ ਤਾਂ ਅਸੀਂ ਨਾਮ ਦੀ ਖੋਜ ਨਹੀਂ ਕਰਾਂਗੇ, ਉਹ ਹੱਟ ਦੀ ਖੋਜ ਨਹੀਂ ਕਰਾਂਗੇ, ਨਿੱਜ ਮਹਿਲ ਦੀ ਖੋਜ ਨਹੀਂ ਕਰਾਂਗੇ। ਫਿਰ ਤਾਂ ਅਸੀਂ ਇਹਨਾਂ ਤਿੰਨਾਂ ਹੱਟਾਂ ਤੋਂ ਹੀ ਸੌਦਾ ਲਈ ਜਾਵਾਂਗੇ, ਵੈਰ ਵਿਰੋਧ ਕਰੀ ਜਾਵਾਂਗੇ, ਈਰਖਾ ਨਫ਼ਰਤ ਕਰੀ ਜਾਵਾਂਗੇ। ਇਹ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਚਲੇ ਜਾਵਾਂਗੇ। ਇੱਥੇ ਹੀ ਅਸੀਂ ਆਪਦਾ ਧਨ ਜਿਹੜਾ
ਉਸ ਵਾਸਾਂ ਦਾ ਕਰਜ਼ ਕੀਤੀ ਜਾਵਾਂਗੇ। ਅਤੇ ਜੇ ਅਸੀਂ ਵਾਕਈ ਹੀ ਚਾਹੁੰਦੇ ਹਾਂ ਵੀ ਸਾਨੂੰ ਨਾਮ ਦੀ ਦਾਤ ਮਿਲੇ, ਫਿਰ ਆਪਾਂ ਨੂੰ ਦੱਸਦੇ ਵੀ ਉਹ ਜਿਹੜਾ ਹੱਟ ਹੈ ਉਹਨੂੰ ਨਿੱਜ ਮਹਿਲ ਕਹਿੰਦੇ, ਫਿਰ ਘਰ ਦਸਵਾਂ ਦਵਾਰ ਉਹਨੂੰ ਗੁਰਦੁਆਰਾ ਆਖਿਆ, ਮੰਦਰ, ਕੋਠੜੀ, ਗੜ੍ਹ, ਮਸੀਤ ਦਾ ਨਾਂ ਦਿੱਤਾ। ਬਈ ਉਹ ਜਿਹੜਾ ਹੱਟ ਹੈ, ਜਦੋਂ ਆਪਾਂ ਪੁੱਛਦੇ ਹਾਂ ਗੁਰਬਾਣੀ ਗੁਰੂ ਪਾਸੋਂ ਵੀ ਸਾਨੂੰ ਦੱਸੋ ਨਿੱਜ ਮਹਿਲ ਕਿੱਥੇ ਹੈ, ਉਹ ਹੱਟ ਕਿੱਥੇ ਹੈ, ਅਤੇ ਆਪਾਂ ਨੂੰ ਫਿਰ ਦੱਸਦੇ ਵੀ ਉਹ ਹੱਟ ਤੱਕ ਪਹੁੰਚਣ ਵਾਸਤੇ ਤੁਹਾਨੂੰ ਇਹਨਾਂ ਤੱਤਾਂ ਨੂੰ ਪਾਰ ਕਰਕੇ ਜਾਣਾ ਪਏਗਾ। ਇਹ ਜਿਹੜਾ ਸਰੀਰ ਪੰਜਾਂ ਤੱਤਾਂ ਦਾ, ਇਹਨਾਂ ਤੱਤਾਂ ਨੂੰ ਪਾਰ ਕਰਕੇ ਫਿਰ ਉਹ ਹੱਟ ਆਉਂਦਾ ਹੈ। ਅਤੇ ਆਪਾਂ ਪੁੱਛਦੇ ਵੀ ਅਸੀਂ ਇਹਨਾਂ ਤੱਤਾਂ ਨੂੰ ਕਿਵੇਂ ਪਾਰ ਕਰੀਏ, ਵੀ ਸਾਨੂੰ ਤਾਂ ਪਤਾ ਨਹੀਂ ਵੀ ਕਿਵੇਂ ਇਹਨਾਂ ਤੋਂ ਪਾਰ ਹੋਇਆ ਜਾਵੇ। ਫਿਰ ਉਹ ਆਪਾਂ ਨੂੰ ਦੱਸਦੇ ਵੀ ਇਹਨਾਂ ਤੋਂ ਪਾਰ ਹੋਣ ਵਾਸਤੇ ਤੁਹਾਨੂੰ ਅੰਤਰਮੁਖੀ ਹੋਣਾ ਪਏਗਾ। ਤੁਸੀਂ ਗੁਫਾ ਦੇ ਅੰਦਰ ਪ੍ਰਵੇਸ਼ ਹੋਵੋ ਅਤੇ ਉਹ ਗੁਫਾ ਦੇ ਵਿੱਚ ਦੀ ਲੰਘਦੇ ਹੋਏ ਤੁਸੀਂ ਇਹਨਾਂ ਤੱਤਾਂ ਨੂੰ ਪਾਰ ਕਰਨਾ ਹੈ। ਹੁਣ ਆਪਾਂ ਪੁੱਛਦੇ ਵੀ ਉਹ ਗੁਫਾ ਕਿਹੜੀ ਹੈ, ਵੀ ਸਾਨੂੰ ਤਾਂ ਉਹ ਗੁਫਾ ਦਾ ਵੀ ਨਹੀਂ ਪਤਾ। ਫਿਰ ਆਪਾਂ ਨੂੰ ਦੱਸਦੇ ਵੀ ਗੁਫਾ ਹੈ ਇਹ ਸਰੀਰ ਦੇ ਅੰਦਰ ਗੁਫਾ ਹੈ। ਅਤੇ ਇਹ ਗੁਫਾ ਦਾ ਦਰਵਾਜ਼ਾ ਕਿਹੜਾ ਹੈ, ਕਿੱਥੋਂ ਦੀ ਅਸੀਂ ਇਹ ਗੁਫਾ ਦੇ ਅੰਦਰ ਵੜਨਾ ਹੈ। ਫਿਰ ਇਹ ਜਿਹੜਾ ਆਪਣਾ ਮੁੱਖ ਹੈ ਇਹ ਦਰਵਾਜ਼ਾ ਹੈ, ਅਤੇ ਇਸ ਗੁਫਾ ਦੇ ਅੰਦਰ ਪਾਉਣ ਜਾ ਰਹੀ ਹੈ ਅਤੇ ਵਾਪਸ ਆ ਰਹੀ ਹੈ। ਇਹ ਪਾਉਣ ਦਾ ਇਹਦੇ ਗੁਫਾ ਦੇ ਵਿੱਚ ਵਾਜਾ ਵੱਜਦਾ ਹੈ। ਮਹਾਰਾਜ ਆਪਾਂ ਨੂੰ ਫਰਮਾਉਂਦੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਾਜਾ ਪਵਨ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਇਹ ਜਿਹੜੀ ਗੁਫਾ ਹੈ ਇਹ ਗੁਫਾ ਦੇ ਵਿੱਚ ਪਾਉਣ ਦਾ ਵਾਜਾ ਵੱਜਦਾ। ਪਾਉਣ ਕਹਿੰਦੇ ਜਿਹੜੇ ਆਪਾਂ ਨੂੰ ਸਵਾਸ ਆ ਰਹੇ ਨੇ, ਪ੍ਰਾਣ, ਇਹਨਾਂ ਨੂੰ ਪਾਉਣ ਦਾ ਨਾਂ ਦਿੱਤਾ। ਆਪਾਂ ਨੂੰ ਕਹਿੰਦੇ ਵੀ ਇਹ ਤੱਤਾਂ ਨੂੰ ਪਾਰ ਕਰਨ ਵਾਸਤੇ ਗੁਫਾ ਦੇ ਅੰਦਰ ਪ੍ਰਵੇਸ਼ ਹੋਵੋ। ਅਤੇ ਹੁਣ ਇਹ ਗੁਫਾ ਦੇ ਅੰਦਰ ਅਸੀਂ ਪ੍ਰਵੇਸ਼ ਨਾ ਹੋਈਏ, ਅਸੀਂ ਵੜ ਨਾ ਜਾਈਏ ਇਹਦੇ ਅੰਦਰ, ਅਸੀਂ ਇਹਨਾਂ ਤੱਤਾਂ ਤੋਂ ਪਾਰ ਨਾ ਲੰਘ ਜਾਈਏ, ਅਸੀਂ ਉਹ ਹੱਟ ਤੱਕ ਨਾ ਪਹੁੰਚ ਜਾਈਏ, ਉਹਦੇ ਵਾਸਤੇ ਫਿਰ ਇਹ ਕਾਲ ਨੇ ਇਹ ਦਰ ਦੇ ਅੱਗੇ ਅੱਗ ਬਾਲੀ ਹੋਈ ਹੈ। ਜਿਹੜਾ ਗੁਫਾ ਦਾ ਦਰਵਾਜ਼ਾ ਨਾ, ਜਿਵੇਂ ਆਪਾਂ ਕਿਸੇ ਗੁਫਾ 'ਚ ਵੜਨਾ ਹੋਵੇ ਅਤੇ ਉਹ ਦਰਵਾਜ਼ੇ ਦੇ ਮੂਹਰੇ ਅੱਗ ਬਾਲੀ ਹੋਵੇ ਵੀ ਤਾਂ ਕਿ ਉਹ ਅੰਦਰ ਨਾ ਵੜ ਸਕਣ, ਇਸੇ ਤਰ੍ਹਾਂ ਹੀ ਫਿਰ ਇਹ ਕਾਲ ਨੇ ਇਹ ਗੁਫਾ ਦੇ ਦਰਵਾਜ਼ੇ ਅੱਗੇ, ਦਰ ਦੇ ਅੱਗੇ ਅੱਗ ਬਾਲ ਦਿੱਤੀ ਵੀ ਤਾਂ ਕਿ ਇਹ ਜਿਹੜਾ ਮਨ ਹੈ ਅੰਦਰ ਨਾ ਪ੍ਰਵੇਸ਼ ਹੋ ਸਕੇ, ਗੁਫਾ ਦੇ ਵਿੱਚ ਨਾ ਵੜ ਸਕੇ। ਹੁਣ ਇਹ ਕਿਵੇਂ ਅੱਗ ਬਾਲਦੇ, ਜਿਹੜਾ ਜੀਵ ਹੈ ਰਸਨਾ ਦੁਆਰਾ, ਮੁਖ ਦੁਆਰਾ ਫਿੱਕਾ ਬੋਲਦਾ, ਮਾੜੇ ਵਚਨ ਬੋਲਦਾ, ਵੈਰ ਵਿਰੋਧ ਦੀ ਗੱਲ ਕਰਦਾ, ਉਹਦੇ ਮੁਖ ਦੇ ਅੱਗੇ ਅੱਗ ਬਾਲੀ ਹੋਈ। ਅੱਗ ਬਲਦੀ ਕਰਕੇ ਮੁਖ 'ਚੋਂ ਜੀਵ ਅੱਗ ਕੱਢਦਾ, ਫਿੱਕਾ ਬੋਲਦਾ, ਮਾੜਾ ਬੋਲਦਾ। ਇਸ ਨੂੰ ਗੁਰਬਾਣੀ ਗੁਰੂ 'ਚ ਮਾਰੇ ਫਰਮਾਉਂਦੇ, ਨਾਮ ਅਮੋਲਾ ਪ੍ਰੀਤ ਨ ਤੈਨ ਸਿਉ, ਪਰ ਨਿੰਦਾ ਹਿਤਕਾਰੀ, ਸ਼ਾਬਰ ਵਾਂਦ ਸਵਾਰੀ, ਤ੍ਰਿਣ ਕੋ ਦੁਆਰੀ ਪਾਵਕ ਜਾਰੀ। ਵੀ ਦੀਵਾਰ ਦੇ ਅੱਗੇ ਪਾਵਕ ਅੱਗ ਬਾਲੀ ਹੋਈ, ਵੀ ਨਾਮ ਜਿਹੜਾ ਮੁੱਲ, ਵੀ ਉਹਦਾ ਭੇਤ ਨਹੀਂ, ਪਰਾਈ ਨਿੰਦਾ ਕਰੀ ਜਾਂਦਾ, ਮੁੱਖ ਦੁਆਰਾ ਵੈਰ ਵਿਰੋਧ ਕਰੀ ਜਾਂਦਾ, ਇਹ ਮੁੱਖ ਦੇ ਅੱਗੇ ਅੱਗ ਬਾਲੀ ਹੋਈ। ਹੁਣ ਜਦ ਤੱਕ ਸਾਡੇ ਮੁੱਖ ਦੇ ਵਿੱਚ ਹੀ ਅਗਨ ਹੈ, ਉਹਨਾਂ ਸਮਾਂ ਅਸੀਂ ਇਹ ਗੁਫਾ ਦੇ ਅੰਦਰ ਪ੍ਰਵੇਸ਼ ਨਹੀਂ ਹੋ ਸਕਦੇ, ਵੜ ਨਹੀਂ ਸਕਦੇ।
ਫਿਰ ਇਹ ਅਗਨ ਨੂੰ ਬੁਝਾਉਣ ਵਾਸਤੇ ਆਪਾਂ ਨੂੰ ਦੱਸਦੇ ਵੀ ਤੁਸੀਂ ਸਿਮਰਨ ਅਭਿਆਸ ਕਰੋ। ਜਦੋਂ ਆਪਾਂ ਹੁਣੇ ਪੌਣ 'ਚ ਮਿਲ ਕੇ ਸਵਾਸ ਅੰਦਰ ਜਾਂਦਾ, ਆਪਾਂ ਵਾਹੀ ਬੋਲਦੇ ਹਾਂ, ਬਾਹਰ ਨੂੰ ਆਉਂਦਾ ਗੁਰੂ ਬੋਲਦੇ ਹਾਂ। ਫਿਰ ਆਪਾਂ ਇਹ ਜਿਹੜੀ ਮੁੱਖ ਦੀ ਸਾਡੇ ਅਗਨ, ਇਹ ਅਗਨ ਬੁੱਝ ਜਾਂਦੀ ਜਦੋਂ ਆਪਾਂ ਇਹ ਸਹਿਜ ਦੇ ਵਿੱਚ ਸਿਮਰਨ ਅਭਿਆਸ ਕਰਦੇ ਹਾਂ। ਅਤੇ ਨਾਲ ਹੀ ਜਦੋਂ ਅਗਨ ਬੁੱਝ ਜਾਂਦੀ ਆਪਾਂ ਇਹ ਗੁਫਾ ਦੇ ਅੰਦਰ ਪ੍ਰਵੇਸ਼ ਹੋ ਜਾਂਦੇ ਹਾਂ। ਅਤੇ ਜਦੋਂ ਪ੍ਰਵੇਸ਼ ਹੁੰਦੇ ਹਾਂ ਅੱਗੇ ਪੌਣ ਤੱਤ ਆ ਜਾਂਦਾ। ਪੌਣ 'ਚ ਸਾਡਾ ਮਨ ਜਦੋਂ ਮਿਲ ਜਾਂਦਾ ਹੈ, ਫਿਰ ਪੌਣ ਤੱਤ ਜਦੋਂ ਆਉਂਦਾ ਹੈ, ਪੌਣ 'ਚ ਸਾਡਾ ਮਨ ਜਦੋਂ ਮਿਲਦਾ ਹੈ, ਫਿਰ ਇਸ ਤੱਤ ਨੂੰ ਪਾਰ ਕਰਨ ਵਾਸਤੇ ਸਾਨੂੰ ਇਸੇ ਗੁਰੂ ਦੇ ਸ਼ਬਦ ਦਾ ਆਸਰਾ ਦੇਣਾ ਪੈਂਦਾ ਮਨ ਨੂੰ। ਜਿਵੇਂ ਆਪਾਂ ਬਾਹਰ ਦੇਖਦੇ ਹਾਂ, ਤੂਫਾਨ ਚੱਲਦਾ, ਹਨੇਰੀਆਂ ਚੱਲਦੀਆਂ, ਹਨੇਰੀਆਂ ਜਿਹੜੀਆਂ ਜਦੋਂ ਚੱਲਦੀਆਂ ਤੇਜ਼ ਅਤੇ ਉਹ ਸਾਰੇ ਸਮਾਨ ਨੂੰ ਉਡਾ ਕੇ ਲੈ ਜਾਂਦੀਆਂ। ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਅੰਦਰ ਗੁਫਾ 'ਚ ਪ੍ਰਵੇਸ਼ ਹੁੰਦਾ ਪੌਣ ਤੱਤ ਦੇ ਵਿੱਚ, ਫਿਰ ਮਨ ਨੂੰ ਪੌਣ ਉਡਾ ਕੇ ਲੈ ਜਾਂਦੀ। ਅਤੇ ਇਸ ਮਨ ਨੂੰ ਪੌਣ ਤੋਂ ਫਿਰ ਤੱਤ ਤੋਂ ਪਾਰ ਕਰਨ ਵਾਸਤੇ ਫਿਰ ਇਹਨੂੰ ਗੁਰੂ ਦੇ ਸ਼ਬਦ ਦਾ ਆਸਰਾ ਦੇਣਾ ਪੈਂਦਾ ਮਨ ਨੂੰ। ਫਿਰ ਆਪਾਂ ਨੂੰ ਉਦਾਹਰਨ ਦਿੱਤੀ ਵੀ ਜਿਵੇਂ ਆਪਾਂ ਘਰ ਬਣਾਉਂਦੇ ਹਾਂ, ਘਰ ਨੂੰ ਮੰਦਰ ਕਹਿੰਦੇ, ਅਤੇ ਉਹ ਮੰਦਰ ਨੂੰ ਖੜ੍ਹਾ ਕਰਨ ਵਾਸਤੇ, ਉੱਤੇ ਛੱਤ ਪਾਉਣ ਵਾਸਤੇ ਆਪਾਂ ਥੱਲੇ ਥੰਮ ਲਾ ਦਿੰਦੇ ਹਾਂ, ਉਹਨੂੰ ਆਸਰਾ ਲਾ ਦਿੰਦੇ ਹਾਂ, ਕੰਧ ਦੇ ਦਿੰਦੇ ਹਾਂ, ਥੰਮਲਾ ਦੇ ਦਿੰਦੇ ਹਾਂ। ਇਸੇ ਤਰ੍ਹਾਂ ਹੀ ਫਿਰ ਸਾਡੇ ਮਨ ਨੂੰ ਇਹ ਪਾਰ ਕਰਨ ਵਾਸਤੇ ਇਸ ਨੂੰ ਫਿਰ ਸ਼ਬਦ ਦਾ ਆਸਰਾ ਦਿੱਤਾ ਜਾਂਦਾ। ਮਨ ਮਹਾਰਾਜ ਫਰਮਾਉਂਦੇ, ਜਿਉਂ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ। ਫਿਰ ਜਦੋਂ ਅਸੀਂ ਗੁਰੂ ਦੇ ਸ਼ਬਦ ਦਾ ਆਸਰਾ ਦਿੰਦੇ ਮਨ ਨੂੰ, ਇਹ ਪੌਣ ਤੱਤ ਤੋਂ ਪਾਰ ਹੋ ਜਾਂਦਾ। ਫਿਰ ਜਦੋਂ ਪੌਣ ਤੱਤ ਨੂੰ ਅਸੀਂ ਲੰਘ ਕੇ ਅੱਗੇ ਪਾਣੀ ਤੱਤ ਆ ਜਾਂਦਾ। ਪਾਣੀ ਤੱਤ ਜਿਵੇਂ ਆਪਾਂ ਬਾਹਰ ਦੇਖਦੇ ਹਾਂ ਸਮੁੰਦਰਾਂ ਦੇ ਰੂਪ ਦੇ ਵਿੱਚ ਪਾਣੀ, ਇੱਕ ਦੇਸ਼ ਤੋਂ ਆਪਾਂ ਦੂਸਰੇ ਦੇਸ਼ ਜਾਣਾ ਹੋਵੇ, ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਜਾਣਾ ਹੋਵੇ, ਆਪਾਂ ਨੂੰ ਬੇੜੇ ਦੀ ਲੋੜ ਪੈਂਦੀ, ਜਹਾਜ਼ ਦੀ, ਕਿਸ਼ਤੀ ਦੀ। ਉਹਦੇ 'ਤੇ ਸਵਾਰ ਹੋ ਕੇ ਆਪਾਂ ਪਾਰ ਲੰਘ ਸਕਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰ ਇਹ ਪਾਣੀ ਤੱਤ, ਜਿਵੇਂ ਬਾਹਰ 7 ਸਮੁੰਦਰ, ਇਸੇ ਤਰ੍ਹਾਂ ਸਾਡੇ ਅੰਦਰ ਵੀ 7 ਸਮੁੰਦਰ ਨੇ। ਅਤੇ ਉਹ ਪਾਣੀ ਤੱਤ ਇੰਨਾ ਪਾਣੀ ਵੀ ਜਿਵੇਂ ਬਾਹਰ ਆਪਾਂ ਦੇਖਦੇ ਸਮੁੰਦਰ ਦਾ ਕੋਈ ਕਿਨਾਰਾ ਨਹੀਂ ਨਜ਼ਰ ਆਉਂਦਾ, ਇਸੇ ਤਰ੍ਹਾਂ ਹੀ ਆਪਣੇ ਅੰਦਰ ਹੈ। ਫਿਰ ਉਹਨੂੰ ਪਾਰ ਕਰਨ ਵਾਸਤੇ ਸਾਨੂੰ ਗੁਰੂ ਦਾ ਜਿਹੜਾ ਸ਼ਬਦ ਦੇ ਬੇੜੇ ਦਾ ਕੰਮ ਕਰਦਾ ਹੈ। ਫਿਰ ਅਸੀਂ ਉਹ ਬੇੜੇ 'ਤੇ ਸਵਾਰ ਹੋ ਕੇ ਫਿਰ ਪਾਣੀ ਤੱਤ ਨੂੰ ਸਾਡੇ ਮਨ ਨੇ ਪਾਰ ਲੰਘ ਜਾਣਾ ਹੈ। ਮਹਾਰਾਜ ਇੱਥੇ ਫਰਮਾਉਂਦੇ, ਜਿਉਂ ਪਖਾਣ ਨਾਵ ਚੜ੍ਹ ਤਰੀ, ਪ੍ਰਾਣੀ ਗੁਰ ਚਰਨ ਲਗਤ ਨਿਸਤਰੀ। ਜਿਵੇਂ ਉਹ ਨਾਵ ਦੇ ਉੱਤੇ ਸਵਾਰ ਹੋ ਕੇ ਪਾਣੀ ਤੱਤ ਨੂੰ ਪਾਰ ਕਰ ਜਾਈਦਾ, ਅਤੇ ਅਸੀਂ ਗੁਰੂ ਦੇ ਸ਼ਬਦ ਦਾ ਮਨ ਨੂੰ ਆਸਰਾ ਦਿੰਦੇ ਹੋਏ ਇਹ ਪਾਣੀ ਤੱਤ ਤੋਂ ਮਨ ਨੂੰ ਅੱਗੇ ਪਾਰ ਲੈ ਜਾਣਾ ਹੈ। ਸਿਮਰਨ ਕੀਤੀ ਜਾਣਾ ਅਤੇ ਅਸੀਂ ਇਹਨਾਂ ਤੱਤਾਂ ਨੂੰ ਪਾਰ ਕੀਤੀ ਜਾਣਾ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਸਾਸ ਗਿਰਾਸ, ਇਹ ਇਸੇ ਕਰਕੇ ਕਰਦੇ ਹਾਂ, ਸਾਡੀ ਸੁਰਤੀ ਦਾ ਸਫ਼ਰ ਹੈ ਅੰਦਰ ਦਾ, ਇਹ ਅੰਦਰ ਦੀ ਯਾਤਰਾ ਆਪਣੇ ਮਨ ਦੀ। ਜਦੋਂ ਅਸੀਂ ਸਿਮਰਨ ਕੀਤੀ ਜਾਂਦੇ ਫਿਰ ਅਸੀਂ ਇਹਨਾਂ ਤੱਤਾਂ ਨੂੰ ਪਾਰ ਕਰਨਾ। ਅੰਤਰਮੁਖੀ ਹੋ ਕੇ ਗੁਫਾ ਦੇ ਵਿੱਚ ਇਹ ਤੱਤ ਆਉਂਦੇ, ਅਤੇ ਇਹਨਾਂ ਤੱਤਾਂ ਨੂੰ ਅਸੀਂ ਸਿਮਰਨ ਅਭਿਆਸ ਕਰਦੇ ਕਰਦੇ ਇਹਨਾਂ ਤੱਤਾਂ ਤੋਂ ਪਾਰ ਹੋਣਾ ਹੈ। ਫਿਰ ਜਦੋਂ ਆਪਾਂ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ, ਸਿਮਰਨ ਕਰਦੇ ਕਰਦੇ ਅਸੀਂ ਇਹ ਪਾਣੀ ਤੱਤ ਨੂੰ ਪਾਰ ਕਰ ਜਾਂਦੇ।
ਜਦੋਂ ਪਾਣੀ ਤੱਤ ਨੂੰ ਪਾਰ ਕਰਕੇ ਤੇ ਅੱਗੇ ਅਗਨ ਤੱਤ ਆ ਜਾਂਦਾ। ਅਗਨ ਤੱਤ ਜਿਵੇਂ ਆਪਾਂ ਬਾਹਰ ਦੇਖਦੇ ਹਾਂ, ਤਪਸ਼ ਪੈਂਦੀ, ਗਰਮੀ ਹੈ, ਤੇ ਗਰਮੀ ਦੇ ਵਿੱਚ ਜੀਵ ਛਾਂ ਭਾਲਦਾ, ਤਪਦਾ, ਗਰਮੀ ਹੋਵੇ ਪੂਰੀ, ਤੇ ਗਰਮੀ ਦੇ ਵਿੱਚ ਜੀਵ ਦੇਖਦਾ ਵੀ ਮੈਂ ਕਿਤੇ ਭੱਜ ਕੇ ਛਾਵੇਂ ਜਾਵਾਂ, ਠੰਡੇ ਥਾਂ 'ਤੇ ਜਾਵਾਂ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜੇ ਅਗਨ ਤੱਤ ਹੈ, ਤੇ ਜਦੋਂ ਉਹ ਅਗਨ ਤੱਤ ਨੂੰ ਅਸੀਂ ਪਾਰ ਕਰਨਾ, ਤੇ ਫਿਰ ਗੁਰੂ ਦਾ ਸ਼ਬਦ ਹੈ ਜਿਹੜਾ ਉਹ ਸਾਡੇ ਮਨ ਵਾਸਤੇ ਉਹ ਛਾਂ ਦਾ ਕੰਮ ਕਰਦਾ ਹੈ। ਅਸੀਂ ਫਿਰ ਸਿਮਰਨ ਅਭਿਆਸ ਕਰਦੇ ਕਰਦੇ, ਗੁਰੂ ਦੇ ਸ਼ਬਦ ਦਾ ਆਸਰਾ ਲੈਂਦੇ ਲੈਂਦੇ ਇਹ ਅਗਨ ਤੱਤ ਨੂੰ ਸਾਡੀ ਸੁਰਤੀ ਨੇ, ਸਾਡੇ ਮਨ ਨੇ ਪਾਰ ਕਰਨਾ ਹੈ। ਮਹਾਰਾਜ ਫਰਮਾਉਂਦੇ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਕਰੂ ਪਰਛਾਮ। ਵੀ ਹਰੀ ਦੇ ਨਾਮ ਦੀ, ਗੁਰੂ ਦੇ ਸ਼ਬਦ ਦੀ, ਉਹ ਫਿਰ ਸਾਡੇ ਮਨ ਦੇ ਲਈ ਛਾਂ ਦਾ ਕੰਮ ਕਰਦਾ ਹੈ। ਉਹ ਤਪਤ ਦੇ ਵਿੱਚ ਉਹ ਜਦੋਂ ਅਸੀਂ ਉਹ ਅਗਨ ਤੱਤ ਨੂੰ ਪਾਰ ਕਰਨਾ ਹੈ, ਫਿਰ ਜਦੋਂ ਆਪਾਂ ਉਹ ਅਗਨ ਤੱਤ ਨੂੰ ਪਾਰ ਕਰ ਗਏ ਤੇ ਅੱਗੇ ਮਿੱਟੀ ਤੱਤ ਆ ਜਾਂਦਾ। ਜਦੋਂ ਮਿੱਟੀ ਤੱਤ ਆ ਗਿਆ, ਫਿਰ ਉੱਥੇ ਅੰਧਕਾਰ, ਹਨੇਰਾ ਹੀ ਹਨੇਰਾ। ਜਿਵੇਂ ਮਿੱਟੀ ਦੇ ਵਿੱਚ ਆਪਾਂ ਕੋਈ ਸੁਰੰਗ ਹੋਵੇ, ਉਹਦੇ ਅੰਦਰ ਵੜ ਜਾਈਏ ਤੇ ਹਨੇਰਾ ਹੀ ਹਨੇਰਾ ਹੋਵੇ ਤੇ ਆਪਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ। ਉੱਥੇ ਫਿਰ ਸਾਨੂੰ ਲਾਈਟ ਦੀ ਲੋੜ ਪੈਂਦੀ ਹੈ। ਜੇ ਕੁਛ ਦੇਖਣਾ ਤੇ ਆਪਣੇ ਕੋਲ ਲਾਈਟ ਚਾਹੀਦੀ ਹੈ, ਫਿਰ ਸਾਨੂੰ ਨਜ਼ਰ ਆਏਗਾ ਉੱਥੇ। ਜੇ ਹਨੇਰਾ ਹੈ ਤੇ ਸਾਨੂੰ ਕੁਛ ਦਿਸੇਗਾ ਨਹੀਂ, ਜੇ ਆਪਣੇ ਕੋਲ ਲਾਈਟ ਨਹੀਂ ਹੈ ਤਾਂ। ਹੁਣ ਉਹ ਜਦੋਂ ਸਾਡੇ ਅੰਦਰ ਫਿਰ ਮਿੱਟੀ ਤੱਤ ਆਉਂਦਾ ਹੈ, ਉੱਥੇ ਅੰਧਕਾਰ ਹੈ, ਤੇ ਉੱਥੇ ਫਿਰ ਗੁਰੂ ਦਾ ਸ਼ਬਦ ਹੈ ਜਿਹੜਾ ਉਹ ਸਾਡੇ ਲਈ ਉਜਾਰੇ ਦਾ ਕੰਮ ਕਰਦਾ, ਪ੍ਰਕਾਸ਼ ਦਾ, ਜਿਹਦਾ ਫਿਰ ਅਸੀਂ ਆਸਰਾ ਲੈਂਦੇ ਲੈਂਦੇ ਸਾਡੇ ਮਨ ਨੇ ਉਹ ਮਿੱਟੀ ਤੱਤ ਤੋਂ ਪਾਰ ਲੰਘ ਜਾਣਾ ਹੈ, ਉਹ ਹਨੇਰੇ ਨੂੰ ਪਾਰ ਕਰ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਪਾਂ ਨੂੰ ਫਰਮਾਉਂਦੇ, ਜੈ ਮਹਾ ਭਿਆਨ, ਵੀ ਜਿੱਥੇ ਫਿਰ ਉਹ ਅੰਧਕਾਰ ਹੈ, ਜੈ ਪੈਂਡੇ ਮਹਾ ਅੰਧਕਾਰਾ, ਹਰ ਕਾ ਨਾਮ ਹਾਂ ਸੰਗ ਯਾਰਾ। ਵੀ ਜਿਹੜੇ ਪੈਂਡੇ ਤੇ ਉਹ ਅੰਧਕਾਰ ਹੈ, ਮਿੱਟੀ ਤੱਤ ਨੂੰ ਜਦੋਂ ਅਸੀਂ ਪਾਰ ਕਰਨਾ, ਉੱਥੇ ਫਿਰ ਇਹ ਗੁਰੂ ਦਾ ਸ਼ਬਦ ਸਾਡੇ ਲਈ ਉਜਾਰੇ ਦਾ ਕੰਮ ਕਰਦਾ, ਪ੍ਰਕਾਸ਼ ਦਾ। ਫਿਰ ਅਸੀਂ ਸਿਮਰਨ ਅਭਿਆਸ ਕਰਦੇ ਕਰਦੇ ਇਹ ਮਿੱਟੀ ਤੱਤ ਨੂੰ ਪਾਰ ਕਰ ਜਾਂਦੇ ਹਾਂ। ਤੇ ਜਦੋਂ ਮਿੱਟੀ ਤੱਤ ਨੂੰ ਵੀ ਪਾਰ ਕਰ ਗਏ ਤੇ ਅੱਗੇ ਫਿਰ ਆਕਾਸ਼ ਤੱਤ ਆ ਜਾਂਦਾ। ਆਕਾਸ਼ ਤੱਤ ਦੇ ਵਿੱਚ ਭਵ ਸਾਗਰ ਹੈ, ਤੇ ਉਹ ਜਿਹੜਾ ਸਫ਼ਰ ਬੜਾ ਲੰਮਾ, ਜਿਵੇਂ ਹੁਣ ਆਪਾਂ ਆਕਾਸ਼ ਵੱਲ ਨੂੰ ਨਿਗਾਹ ਮਾਰਦੇ ਹਾਂ ਤੇ ਆਪਾਂ ਨੂੰ ਕਿੱਡਾ ਵੱਡਾ ਆਕਾਸ਼ ਹੈ, ਜੇ ਇਹਨੂੰ ਮਿਣਨਾ ਹੋਵੇ, ਨਾਪਿਆ ਹੋਣਾ ਹੋਵੇ ਤੇ ਮਿਣਿਆ ਨਾਪਿਆ ਨਹੀਂ ਜਾ ਸਕਦਾ। ਤੇ ਇਸੇ ਤਰ੍ਹਾਂ ਹੀ ਫਿਰ ਜਦੋਂ ਉਹ ਆਕਾਸ਼ ਤੱਤ ਆਉਂਦਾ ਹੈ ਤੇ ਫਿਰ ਆਪਾਂ ਨੂੰ ਇਹ ਲੰਮਾ ਪੈਂਡਾ ਬੜਾ, ਤੇ ਫਿਰ ਉੱਥੇ ਲੰਮੇ ਪੈਂਡੇ ਦੇ ਵਿੱਚ ਜਿਵੇਂ ਆਪਾਂ ਕਿਤੇ ਲੰਮੇ ਸਫ਼ਰ 'ਤੇ ਜਾਈਏ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੀਵ ਲੰਮੇ ਸਫ਼ਰ 'ਤੇ ਜਾਂਦੇ ਤੇ ਉਹ ਨਾਲ ਪੱਲੇ ਨਾਲ ਬੰਨ੍ਹ ਕੇ ਪ੍ਰਸ਼ਾਦਾ ਭੋਜਨ ਲੈ ਜਾਂਦੇ, ਵੀ ਰਾਹ ਦੇ ਵਿੱਚ ਛਕ ਲਾਂਗੇ। ਇਹ ਪੈਂਡਾ ਬੜਾ ਲੰਮਾ ਦੂਰ ਆ। ਇਸੇ ਤਰ੍ਹਾਂ ਹੀ ਫਿਰ ਇੱਥੇ ਫਿਰ ਜਦੋਂ ਅਸੀਂ ਇਹ ਆਕਾਸ਼ ਤੱਤ ਨੂੰ ਪਾਰ ਕਰਨਾ, ਫਿਰ ਜਿਹੜਾ ਹਰੀ ਦਾ ਨਾਮ ਆ ਉਹ ਸਾਡੇ ਮਨ ਵਾਸਤੇ ਤੋਸੇ ਦਾ ਕੰਮ ਕਰਦਾ, ਸਾਡੇ ਮਨ ਦੇ ਭੋਜਨ ਦਾ। ਜਿਸ ਨੂੰ ਫਿਰ ਮਹਾਰਾਜ ਕਹਿੰਦੇ, ਜਹ ਪੈਂਡੇ ਮਹ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਵੀ ਜਿਹੜਾ ਕਿੰਨੇ ਕੁ ਕੋਹ ਨੇ, ਜਿਹੜਾ ਪੈਂਡਾ ਵੀ ਉਹ ਮਿਣਿਆ ਨਹੀਂ ਜਾ ਸਕਦਾ। ਤੇ ਫਿਰ ਉੱਥੇ ਇਹ ਤੋਸਾ ਕਹਿੰਦੇ ਵੀ ਸਾਡੇ ਮਨ ਦਾ ਭੋਜਨ। ਫਿਰ ਜਦੋਂ ਅਸੀਂ ਉਹ ਆਕਾਸ਼ ਤੱਤ ਨੂੰ ਵੀ ਪਾਰ ਕਰ ਜਾਂਦੇ ਹਾਂ, ਫਿਰ ਅੱਗੇ ਜਾ ਕੇ ਆਉਂਦਾ ਹਰੀ ਦਾ ਹੱਟ, ਜਿਹਨੂੰ ਗੁਰਦੁਆਰਾ ਕਹਿੰਦੇ,
ਜਿਹਨੂੰ ਨਿਜ ਮਹਿਲ, ਜਿਹਨੂੰ 10ਵਾਂ ਦੁਆਰ ਕਹਿੰਦੇ, ਤੇ ਜਿਹਦੇ ਵਿੱਚ ਆਪਾਂ ਨੂੰ ਬੁਲਾਉਂਦੇ ਨੇ, ਜਿਹਦੇ ਵਰਤਾਏ ਆਪਾਂ ਪੜ੍ਹਦੇ ਰੋਜ਼ ਆ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਬਈ ਆਪਾਂ ਪੜ੍ਹਿਆ ਸੀ ਤੇ ਪੜ੍ਹ ਕੇ ਆਪਾਂ ਫਿਰ ਖੋਜ ਕੀਤੀ ਬਈ ਉਹ ਨਿਜ ਮਹਿਲ ਕਿੱਥੇ ਹੈ। ਸਤਿਗੁਰਾਂ ਤੋਂ ਆਪਾਂ ਪੁੱਛਿਆ ਤੇ ਸਤਿਗੁਰਾਂ ਨੇ ਆਪਾਂ ਨੂੰ ਫਿਰ ਸਮਝਾਇਆ ਵੀ ਉਹ ਨਿਜ ਮਹਿਲ ਦੇ ਵਿੱਚ ਜਾਣ ਵਾਸਤੇ, ਉਹ ਹਰੀ ਦੇ ਹੱਟ 'ਤੇ ਜਾਣ ਵਾਸਤੇ, ਨਾਮ ਰਤਨ ਲੈਣ ਵਾਸਤੇ ਤੁਹਾਨੂੰ ਇਹ ਗੁਫਾ ਨੂੰ ਪਾਰ ਕਰਕੇ ਨਾ, ਤੱਤਾਂ ਨੂੰ ਪਾਰ ਕਰਕੇ ਜਾਣਾ ਪਏਗਾ। ਆਪਾਂ ਫਿਰ ਗੁਰੂ ਦੀ ਮੱਤ ਲੈਂਦੇ ਹੋਏ ਸਿਮਰਨ ਅਭਿਆਸ ਕਰਦੇ ਕਰਦੇ ਇਹ ਗੁਫਾ ਦੇ ਅੰਦਰ ਪ੍ਰਵੇਸ਼ ਹੋਏ, ਤੇ ਗੁਫਾ ਦੇ ਅੰਦਰ ਪ੍ਰਵੇਸ਼ ਹੋ ਕੇ ਫਿਰ ਇਹਨਾਂ ਤੱਤਾਂ ਨੂੰ ਪਾਰ ਕਰਦੇ ਕਰਦੇ ਆਪਾਂ ਉਹ ਹਰੀ ਦੇ ਹੱਟ, ਮੋਖ ਦੇ ਹੱਟ ਦੇ ਦਰ ਦੇ ਉੱਤੇ ਚਲੇ ਗਏ। ਜਦੋਂ ਆਪਾਂ ਉਹ ਦਰ ਦੇ ਉੱਤੇ ਚਲੇ ਜਾਂਦੇ ਹਾਂ, ਉਹ ਦਰ 'ਤੇ ਅਸੀਂ ਫੇਰ ਹੀ ਜਾ ਸਕਦੇ ਹਾਂ ਜੇ ਹੁਣ ਅਸੀਂ ਇਹ ਸਿਮਰਨ ਅਭਿਆਸ ਕਰਦੇ ਹਾਂ। ਜਿਹੜਾ ਜੀਵ ਸਿਮਰਨ ਅਭਿਆਸ ਨਹੀਂ ਕਰਦਾ, ਉਹ ਇਹ ਮੋਖ ਦੇ ਹੱਟ ਦੇ ਦਰ ਦੇ ਉੱਤੇ ਵੀ ਨਹੀਂ ਜਾ ਸਕਦਾ। ਸੌਦਾ ਤਾਂ ਲੈਣਾ ਅੰਦਰੋਂ ਦੂਰ ਦੀ ਗੱਲ, ਉਹਨੂੰ ਇਹ ਹੱਟ ਦਾ ਦਰ ਨਹੀਂ ਪਤਾ ਲੱਗਦਾ ਵੀ ਉਹ ਦਰ ਕਿੱਥੇ ਹੈ, ਕਿਉਂਕਿ ਉਹ ਦਰ 'ਤੇ ਵੀ ਨਹੀਂ ਪਹੁੰਚ ਸਕਦਾ ਜਦ ਤੱਕ ਅਸੀਂ ਇਹ ਧਨ ਸੁਵਾਸਾਂ ਦਾ ਜਮ੍ਹਾਂ ਨਹੀਂ ਕਰਾਉਂਦੇ, ਜਦ ਤੱਕ ਅਸੀਂ ਇਹ ਸਿਮਰਨ ਅਭਿਆਸ ਨਹੀਂ ਕਰਦੇ। ਇਸ ਲਈ ਮਾਰੇ ਫਰਮਾਉਂਦੇ, ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹਤ ਸਾਗਰ ਨਹੀਂ ਬਾਟ, ਬਿਨ ਗੁਰ ਸੇਵੇ ਘਾਟੇ ਘਾਟ। ਬਈ ਜਦ ਤੱਕ ਜੀਵ ਸਿਮਰਨ ਅਭਿਆਸ ਨਹੀਂ ਕਰਦਾ, ਉਹਨੂੰ ਘਾਟਾ ਹੀ ਘਾਟ। ਬਈ ਉਹਨਾਂ ਸਮਾਂ ਸਾਨੂੰ ਉਹ ਹੱਟੀ ਤੋਂ, ਉਹ ਹੱਟ ਤੋਂ ਸੌਦਾ ਨਹੀਂ ਮਿਲੇਗਾ, ਨਾਮ ਰਤਨ। ਜਿਵੇਂ ਮਾਰੇ ਕਹਿੰਦੇ ਵੀ ਬੇੜੀ ਤੋਂ ਬਿਨਾਂ ਅਸੀਂ ਸਾਗਰ ਨੂੰ ਪਾਰ ਨਹੀਂ ਕਰ ਸਕਦੇ, ਦਰਿਆ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਜਦ ਤੱਕ ਅਸੀਂ ਇਹ ਸਿਮਰਨ ਨਹੀਂ ਕਰਦੇ, ਅਸੀਂ ਇਹਨਾਂ ਤੱਤਾਂ ਨੂੰ ਪਾਰ ਨਹੀਂ ਕਰਦੇ, ਤੇ ਅਸੀਂ ਉਹ ਮੋਖ ਦੇ ਹੱਟ 'ਤੇ ਨਹੀਂ ਜਾ ਸਕਦੇ। ਫਿਰ ਜਦੋਂ ਆਪਾਂ ਇਹ ਸਿਮਰਨ ਅਭਿਆਸ ਕਰਦੇ ਕਰਦੇ ਉਹ ਹੱਟ ਦੇ ਉੱਤੇ, ਉਹ ਦਰ ਦੇ ਉੱਤੇ ਪਹੁੰਚ ਜਾਂਦੇ ਵੀ ਜਿੱਥੇ ਇਹ ਹੱਟ ਹੈ, ਤੇ ਉਹ ਦਰ ਦੀ ਫਿਰ ਨਿਸ਼ਾਨੀ ਕੀ ਦੱਸੀ ਆਪਾਂ ਨੂੰ ਵੀ ਜਿੱਥੇ ਮਾਲਕ ਬੈਠਾ ਸਾਨੂੰ ਦੇਖ ਰਿਹਾ ਤੇ ਸਾਰੀ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਦਾ ਹੈ, ਉਹ ਫਿਰ ਮਾਲਕ ਦਾ ਦਰ ਹੈ। ਤੇ ਦਰ ਦੀ ਨਿਸ਼ਾਨੀ ਉੱਥੇ ਅਨੇਕਾਂ ਹੀ ਅਨਹਦ ਵਾਜੇ ਨੇ, ਜਿਹੜੇ ਇਹ ਅਸੰਖਾਂ ਕਿਸਮਾਂ ਦੇ ਵੱਜਦੇ ਤੇ ਅਸੰਖਾਂ ਹੀ ਜੀਵ ਵਜਾਉਣ ਵਾਲੇ ਨੇ। ਮਾਰੇ ਫਰਮਾਉਂਦੇ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵੇ ਸਰਬ ਸੰਭਾਲੇ, ਬਾਜੇ ਨਾਦ ਅਨੇਕ ਸੰਖਾਂ, ਕੀਤੇ ਵਾਵਣ ਹਾਰੇ। ਆਪਾਂ ਉਹ ਦਰ 'ਤੇ ਚਲੇ ਗਏ। ਜਦੋਂ ਉਹ ਦਰ 'ਤੇ ਸਾਡਾ ਮਨ ਚਲਾ ਜਾਂਦਾ ਹੈ, ਆਪਾਂ ਨੂੰ ਅਨਹਦ ਵਾਜੇ ਵੀ ਸੁਣਨ ਲੱਗ ਜਾਂਦੇ, ਤੇ ਉਹ ਦਰ ਤੋਂ ਸਾਨੂੰ ਬਹੁਤ ਸਾਰੀਆਂ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਆਪਣਾ ਮਨ ਉਹ ਦਰ 'ਤੇ ਚਲਾ ਜਾਏਗਾ, ਤੁਸੀਂ ਦੇਖੋਗੇ ਵੀ ਇਹ ਸਾਨੂੰ ਖੁਸ਼ਬੂਆਂ ਕਿੱਥੋਂ ਆਉਂਦੀਆਂ ਨੇ। ਵੀ ਪਹਿਲਾਂ ਤਾਂ ਆਪਾਂ ਬਾਹਰ ਦੇਖਦੇ ਹਾਂ ਵੀ ਕਿਸੇ ਨੇ ਕੋਈ ਚੀਜ਼ ਲਾਈ ਹੋਣੀ ਹੈ, ਤੇ ਆਪਾਂ ਨੂੰ ਲੱਗਦਾ ਵੀ ਕਿਸੇ ਨੇ ਕੁਛ ਲਾਇਆ ਵੀ ਨਹੀਂ। ਕਿਸੇ ਹੋਰ ਤੋਂ ਪੁੱਛਦੇ ਵੀ ਤੁਹਾਨੂੰ ਆਉਂਦੀਆਂ, ਉਹ ਨਾਲ ਦਾ ਕਹਿੰਦਾ ਮੈਨੂੰ ਤਾਂ ਆਉਂਦੀਆਂ ਨੇ। ਤੇ ਆਪਾਂ ਨੂੰ ਇੰਨੀਆਂ ਉੱਥੋਂ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਜਿਹੜੀਆਂ ਇਹ ਸੰਸਾਰ ਦੇ ਵਿੱਚ ਉਹੋ ਜਿਹੀ ਖੁਸ਼ਬੂ ਹੋਈ ਹੀ ਨਹੀਂ। ਇਹ ਤਾਂ ਦੁਨਿਆਵੀ ਜਿਹੜੀਆਂ ਜੀਵ ਲਾਉਂਦੇ ਨੇ, ਇਹ ਉਹੋ ਜਿਹੀਆਂ ਨਹੀਂ, ਇਹ ਤਾਂ ਨਕਲ ਹੈ। ਅਸਲ ਆ ਜਿਹੜਾ ਉਹ ਫਿਰ ਸਾਨੂੰ ਮਾਲਕ ਦੇ ਦਰ ਤੋਂ ਉੱਥੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਉਹ ਫਿਰ ਦਰ ਦੇ ਉੱਤੇ ਆਪਾਂ ਆਸਣ ਲਾ ਕੇ ਬੈਠ ਜਾਣਾ। ਉੱਥੇ ਅਸੀਂ ਬੈਠੇ ਨੇ ਸਿਮਰਨ ਕੀਤੀ ਜਾਣਾ, ਜਾ ਕੇ ਮਾਲਕ ਸਾਨੂੰ ਅੰਦਰ ਬੁਲਾਵੇ ਤੇ ਅਸੀਂ
ਉਹ ਹੱਟ ਦੇ ਵਿੱਚੋਂ ਸੌਦਾ ਲਈਏ। ਫਿਰ ਇੱਥੇ ਸ਼ਰਧਾ ਤੇ ਅਸੀਂ ਭਾਵਨਾ ਦੇ ਨਾਲ ਬੈਠਣਾ, ਨਾਲ ਬੇਨਤੀਆਂ ਅਰਦਾਸਾਂ ਕੀਤੀ ਜਾਣੀ। ਮਹਾਰਾਜ ਕਹਿੰਦੇ ਸਾਚ ਭੇਟ ਬੈਸਣ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਇਸੇ ਫਿਰ ਸਾਨੂੰ ਬੜਾ ਸਬਰ ਸੰਤੋਖ ਦੇ ਨਾਲ ਬੈਠਣਾ ਪੈਂਦਾ। ਦਰ ਦੇ ਉੱਤੇ ਬੈਠੇ ਹਾਂ ਤੇ ਆਵਾਜ਼ ਦਿੱਤੀ ਜਾ ਰਹੀ ਵੀ ਮਾਲਕ ਕਦੋਂ ਦਰ ਖੋਲ੍ਹੇਗਾ, ਦਰ ਖੋਲ੍ਹ ਕੇ ਅੰਦਰ ਬੁਲਾਏਗਾ। ਇਸੇ ਫਿਰ ਭਗਤਾਂ ਨੇ ਬਹੁਤ ਸਮਾਂ ਇੰਤਜ਼ਾਰ ਕੀਤਾ, ਬੈਠੇ ਰਹੇ। ਮਾਲਕ ਨੇ ਬੁਲਾਇਆ ਨਹੀਂ। ਬਾਬਾ ਕਬੀਰ ਜੀ ਇੱਥੇ ਬਹੁਤ ਸਮਾਂ ਬੈਠੇ ਰਹੇ, 8 ਪਹਿਰ ਬੈਠੇ ਰਹੇ, ਲਗਾਤਾਰ ਵਿਚਾਰਾਂ ਤੋਂ ਰਹਿਤ ਹੋ ਕੇ ਮਨ ਬੈਠਾ ਹੈ। ਸਮਾਂ ਬਹੁਤ ਜ਼ਿਆਦਾ ਹੋ ਗਿਆ, ਮਾਲਕ ਨੇ ਬੁਲਾਇਆ ਨਹੀਂ। ਜਦੋਂ ਨਹੀਂ ਬੁਲਾਏ ਤੇ ਉਹਨਾਂ ਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਰੋਸ ਆ ਗਿਆ ਵੀ ਮਾਤਾ ਪਿਤਾ ਵੀ ਇੰਨਾ ਸਮਾਂ ਹੋ ਗਿਆ ਬੈਠਿਆਂ ਨੂੰ, ਦਰ 'ਤੇ ਵੀ ਬੁਲਾਉਂਦੇ ਕਿਉਂ ਨਹੀਂ ਹੈ, ਕਿਉਂ ਨਹੀਂ ਦਰ ਖੋਲ੍ਹਦੇ। ਬਈ ਪਹਿਲਾਂ ਤਾਂ ਸਾਨੂੰ ਦਰ ਦਾ ਭੇਤ ਨਹੀਂ ਸੀ, ਦਰ ਦਾ ਗਿਆਨ ਸੋਝੀ ਨਹੀਂ ਸੀ ਵੀ ਪਿਛਲੇ ਜਨਮਾਂ 'ਚ ਵੀ ਉਹ ਕਹਿੰਦੇ ਅਸੀਂ ਤੇਰੇ ਸੇਵਕ ਤਾਂ ਰਹੇ, ਪਰ ਸਾਨੂੰ ਪੂਰਨ ਗੁਰੂ ਨਾ ਮਿਲਿਆ ਵੀ ਜਿਹੜਾ ਸਾਨੂੰ ਇਹ ਦਰ ਦਾ ਭੇਤ ਦਿੰਦਾ, ਦਰ ਦਾ ਗਿਆਨ ਦਿੰਦਾ, ਸਾਨੂੰ ਸਮਝਾਉਂਦਾ। ਅਸੀਂ ਦਰ 'ਤੇ ਜੇ ਆ ਵੀ ਜਾਂਦੇ ਇਹ ਤੋਂ ਦਰ ਤੋਂ ਫਿਰ ਵਾਪਸ ਚਲੇ ਜਾਂਦੇ, ਫਿਰ ਮੁੜ ਜਾਂਦੇ। ਤੇ ਹੁਣ ਸਾਨੂੰ ਕਹਿੰਦੇ ਪੂਰਨ ਗੁਰੂ ਮਿਲ ਗਿਆ ਰਾਮਾਨੰਦ ਜੀ, ਉਹਨਾਂ ਨੇ ਭੇਜ ਦੇ ਦਿੱਤਾ ਦਰ ਦਾ ਵੀ ਇੱਥੇ ਬੈਠੇ ਨੇ, ਆਹ ਦਰ ਨਾ ਛੱਡਿਓ। ਤੇ ਉਹ ਕਹਿੰਦੇ ਵੀ ਹੁਣ ਅਸੀਂ ਇਹ ਦਰ ਨਹੀਂ ਛੱਡਾਂਗੇ, ਤੇਰਾ ਬਹੁਤ ਸਮਾਂ ਬੈਠੇ ਰਹੇ। ਦਰ ਦੇ ਉੱਤੇ ਸ਼ਰਧਾ ਤੇ ਭਾਵਨਾ ਦੇ ਨਾਲ ਅਰਦਾਸਾਂ ਬੇਨਤੀਆਂ ਕੀਤੀ ਜਾਂਦੇ ਤੇ ਬੈਠੇ ਨੇ। ਮਹਾਰਾਜ ਇੱਥੇ ਦੱਸਦੇ ਕਹਿੰਦੇ ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮੇਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ। ਦਾਗੇ ਹੋਏ ਸੋ ਰਣ ਮੈਂ ਜੂਝੇ, ਬਿਨ ਦਾਗੇ ਭਗ ਜਾਈ। ਵੀ ਜਿਹੜੇ ਤਾਂ ਇੱਥੇ ਗੁਰੂ ਵਾਲੇ ਉਹ ਤਾਂ ਦਰ 'ਤੇ ਬਹਿੰਦੇ ਜੂਝਦੇ, ਤੇ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਨੂੰ ਦਰ ਦਾ ਭੇਤ ਨਾ ਆਇਆ, ਉਹ ਦਰ ਛੱਡ ਕੇ ਭੱਜ ਜਾਂਦੇ, ਉਹ ਨਹੀਂ ਬਹਿੰਦੇ ਉੱਥੇ। ਫਿਰ ਬਾਬਾ ਕਬੀਰ ਜੀ ਕਹਿੰਦੇ ਵੀ ਹੁਣ ਅਸੀਂ ਤੇਰਾ ਦਰ ਨਹੀਂ ਛੱਡਾਂਗੇ, ਤੇਰੇ ਦਰ 'ਤੇ ਕੂਕਾਂਗੇ। ਵੀ ਜਿਵੇਂ ਕੂਕਰ ਹੁੰਦਾ ਵੀ ਅਸੀਂ ਤੇਰੇ ਦਰ ਦੇ ਕੂਕਰ, ਵੀ ਜਦ ਤੱਕ ਤੂੰ ਅੰਦਰ ਨਹੀਂ ਬੁਲਾਏਗਾ ਉਹਨਾਂ ਸਮਾਂ ਅਸੀਂ ਦਰ ਨਹੀਂ ਛੱਡਾਂਗੇ। ਕਬੀਰ ਹਮ ਕੂਕਰ ਤੇਰੇ ਦਰਬਾਰ, ਭੌਂਕੇ ਆ ਗਏ ਬਦਨ ਪਸਾਰ, ਵੀ ਤੇਰੇ ਦਰ ਦੇ ਅੱਗੇ ਭੌਂਕਾਂਗੇ, ਆਵਾਜ਼ ਦੇਵਾਂਗੇ ਵੀ ਤੂੰ ਦਰ ਖੋਲ੍ਹ। ਹੁਣ ਇਸ ਤਰ੍ਹਾਂ ਫਿਰ ਇਹ ਦਰ ਦੇ ਉੱਤੇ ਬਹੁਤ ਸਾਰੇ ਗੁਰਬਾਣੀ ਗੁਰੂ ਵਿੱਚ ਸ਼ਬਦ ਆਉਂਦੇ ਨੇ, ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਜਿਹੜੇ ਦਰ ਦੇ ਉੱਤੇ ਬੈਠੇ, ਫਿਰ ਉਹਨਾਂ ਨੇ ਬਹੁਤ ਗੁਰਬਾਣੀ 'ਚ ਇਹ ਦਰ ਦੇ ਉੱਤੇ ਬਹੁਤ ਸਾਰਾ ਉਹਨਾਂ ਨੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ। ਸੋ ਜਦੋਂ ਫਿਰ ਬਾਬਾ ਕਬੀਰ ਜੀ ਬਹੁਤ ਸਮਾਂ ਬੈਠੇ ਰਹੇ, ਮਾਲਕ ਨੇ ਨਹੀਂ ਦਰ ਖੋਲ੍ਹਿਆ, ਤੇ ਫਿਰ ਉਹਨਾਂ ਦੇ ਮਨ 'ਚ ਆਇਆ ਵੀ ਹੁਣ ਬੁਲਾਉਂਦੇ ਨਹੀਂ ਤੇ ਵੀ ਹੁਣ ਦਰ ਛੱਡ ਚੱਲੀਏ, ਵੀ ਹੁਣ ਬਹੁਤ ਸਮਾਂ ਹੋ ਗਿਆ ਇੰਤਜ਼ਾਰ ਕਰਦਿਆਂ ਨੂੰ। ਤੇ ਉੱਧਰੋਂ ਮਾਲਕ ਵੀ ਦੇਖ ਰਹੇ ਮਹਿਲ 'ਚ ਬੈਠੇ। ਜਦੋਂ ਆਵਾਜ਼ ਆਪਾਂ ਦਿੰਦੇ ਹਾਂ ਉਹ ਮਹਿਲ ਦੇ ਵਿੱਚ ਅੰਦਰੋਂ ਬੈਠ ਕੇ ਸੁਣਦੇ ਨੇ। ਮਹਾਰਾਜ ਕਹਿੰਦੇ ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਵੀ ਮਹਿਲ ਦੇ ਵਿੱਚ ਉਹ ਬੈਠਾ ਸੁਣਦਾ ਖਸਮ। ਪਰ ਉਹ ਸਾਨੂੰ ਇਸ ਕਰਕੇ ਇੱਥੇ ਇੰਨਾ ਸਮਾਂ ਤਾਂ ਲੱਗ ਜਾਂਦਾ ਵੀ ਮਾਲਕ ਪਹਿਲਾਂ ਜਿਹੜਾ ਹਿਸਾਬ ਕਿਤਾਬ ਹੁੰਦਾ ਉਹ ਸਾਰਾ ਕਲੀਅਰ ਕਰ ਦਿੰਦੇ। ਬੁਲਾਉਣ ਤੋਂ ਪਹਿਲਾਂ ਜਿਹੜਾ ਇਹ ਧਰਮ ਰਾਏ ਨੇ ਰਿਪੋਰਟ ਲਈ ਹੁੰਦੀ ਮਨ ਦੀ, ਵੀ ਜੋ ਵੀ ਇਹਨੇ ਜਾਣੇ ਅਣਜਾਣੇ ਵਿੱਚ ਪਾਪ ਕੀਤੇ ਹੁੰਦੇ, ਜੋ ਵੀ ਇਹਦਾ ਹਿਸਾਬ ਕਿਤਾਬ ਰਿਪੋਰਟ ਲਿਖੀ ਹੁੰਦੀ, ਉਹ ਸਾਰੀ ਪਹਿਲਾਂ ਕਲੀਅਰ ਕਰਦਾ ਮਾਲਕ, ਉਹ ਪਾੜ ਦਿੰਦਾ। ਜਦੋਂ ਦਰ ਦੇ ਉੱਤੇ ਬੈਠੇ ਬਾਬਾ ਕਬੀਰ ਜੀ ਉਹ ਧਰਮ ਰਾਏ ਨੂੰ ਬੁਲਾ ਲਏ।
ਵੀ ਇਹਦੀ ਜਿਹੜੀ ਰਿਪੋਰਟ ਆ ਰਿਪੋਰਟ ਲੈ ਕੇ ਆਓ, ਜਿਹੜੀ ਚਿੱਤਰਗੁਪਤ ਨੇ ਲਿਖ ਕੇ ਦਿੱਤੀ ਹੁੰਦੀ ਪਹਿਲਾਂ। ਉਹ ਧਰਮ ਰਾਏ ਜਦੋਂ ਸਾਰੀ ਰਿਪੋਰਟ ਲੈ ਕੇ ਜਾਂਦਾ ਤੇ ਮਾਲਕ ਉਹ ਰਿਪੋਰਟ ਸਾਰੀ ਪੜ੍ਹ ਕੇ ਪਾੜ ਦਿੰਦਾ, ਜਿਸ ਨੂੰ ਮਹਾਰਾਜ ਕਹਿੰਦੇ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਿਆ। ਵੀ ਧਰਮ ਰਾਏ ਦੇ ਜਿਹੜੇ ਕਾਗਜ਼ ਸੀ ਉਹ ਕਾਗਜ਼ ਪਾੜ ਦਿੱਤੇ, ਵੀ ਜਿਹੜਾ ਲੇਖਾ ਉਹਨੇ ਲਿਖਿਆ ਹੋਇਆ ਸੀ ਉਹ ਸਾਰਾ ਮਾਲਕ ਨੇ ਪਾੜ ਕੇ ਸੁੱਟ ਦਿੱਤਾ। ਫਿਰ ਜਿਹੜੇ ਜਮਦੂਤ ਹੁੰਦੇ ਉਹਨਾਂ ਦੀ ਵੀ ਪੇਸ਼ ਨਹੀਂ ਜਾਂਦੀ, ਉਹ ਵੀ ਖੜੇ ਦੇਖ ਰਹੇ ਨੇ। ਜਮਦੂਤਾਂ ਕਿਸੇ ਨਾਲ ਚੱਲੀ ਵੀ ਉਹਨਾਂ ਦੀ ਵੀ ਨਹੀਂ ਪੇਸ਼ ਗਈ। ਮਾਲਕ ਨੇ ਜਦੋਂ ਸਾਰਾ ਉਹਨਾਂ ਦਾ ਖਾਤਾ ਹੀ ਸਾਫ਼ ਕਰਤਾ, ਚਿੱਤਰਗੁਪਤ ਹੁਣੀ ਖੜੇ ਹੁੰਦੇ, ਉਹਨਾਂ ਨੂੰ ਬੁਲਾ ਲੈਂਦਾ ਮਾਲਕ ਵੀ ਲਿਆਓ, ਤੁਸੀਂ ਵੀ ਲਿਆਓ ਜਿਹੜਾ ਤੁਹਾਡਾ ਲਿਖਿਆ ਹੋਇਆ। ਉਹਨਾਂ ਤੋਂ ਜਿਹੜੀ ਰਿਪੋਰਟ ਉਹਨਾਂ ਨੇ ਲਈ ਹੁੰਦੀ ਮਨ ਦੀ, ਉਹ ਵੀ ਫੜ ਕੇ ਮਾਲਕ ਉਹ ਵੀ ਪਾੜ ਦਿੰਦਾ। ਚਿੱਤਰਗੁਪਤ ਦਰ ਕਾਗਜ਼ ਫਾਰੀ, ਵੀ ਉਹਨਾਂ ਤੋਂ ਜਿਹੜੇ ਸੀ ਉਹਦੇ ਵੀ ਫਾੜ ਦਿੱਤੇ। ਫਿਰ ਜਦੋਂ ਸਾਰਾ ਹਿਸਾਬ ਕਿਤਾਬ ਕਲੀਅਰ ਕਰ ਦਿੰਦਾ ਤੇ ਫਿਰ ਮਾਲਕ ਉਦੋਂ ਬਾਅਦ 'ਚੋਂ ਬੁਲਾਉਂਦਾ ਅੰਦਰ ਵੀ ਆ ਜਾਓ। ਅਤੇ ਉਹ ਬਾਬਾ ਕਬੀਰ ਜੀ ਜਦੋਂ ਬਹੁਤ ਸਮਾਂ ਬੈਠੇ ਰਹੇ ਇਸ ਤਰ੍ਹਾਂ, ਨਹੀਂ ਮਾਲਕ ਨੇ ਬੁਲਾਇਆ, ਅਤੇ ਉਹ ਜਦੋਂ ਉੱਠ ਕੇ ਤੁਰਨ ਲੱਗੇ, ਮਾਲਕ ਦੇਖ ਰਿਹਾ ਅੰਦਰੋਂ, ਅਤੇ ਉਹਨਾਂ ਨੇ ਫਿਰ ਦਰ ਖੋਲ੍ਹ ਦਿੱਤੇ। ਦਰ ਖੋਲ੍ਹ ਕੇ ਉਹ ਬਾਬਾ ਕਬੀਰ ਜੀ ਆ ਰਹੇ ਨੇ ਅਤੇ ਉਹ ਮਾਲਕ ਮਹਿਲ 'ਚੋਂ ਬਾਹਰ ਆਏ ਅਤੇ ਆ ਕੇ ਉਹਨਾਂ ਦਾ ਨਾਂ ਲੈ ਕੇ ਆਵਾਜ਼ਾਂ ਮਾਰਦੇ ਵੀ ਕਬੀਰ ਰਾਜਾ ਅੰਦਰ ਲੰਘਿਆ। ਉਹ ਫਿਰ ਗੁਰਬਾਣੀ ਗੁਰੂ ਵਿੱਚ ਉਹਨਾਂ ਨੇ ਆਪਾਂ ਨੂੰ ਉਵੇਂ ਹੀ ਦੱਸਿਆ ਵੀ ਸਾਡਾ ਮਨ ਸੀ ਜਿਹੜਾ ਉਹ ਦਰ ਦੇ ਉੱਤੇ ਇੰਨਾ ਨਿਰਮਲ ਹੋ ਗਿਆ, ਜਿਵੇਂ ਗੰਗਾ ਦਾ ਨੀਰ ਹੁੰਦਾ ਨਿਰਮਲ, ਇਸੇ ਤਰ੍ਹਾਂ ਮਨ ਨਿਰਮਲ ਜਦੋਂ ਹੋ ਗਿਆ ਅਤੇ ਜੋ ਹਰੀ ਪਰਮਾਤਮਾ ਵਾਹਿਗੁਰੂ ਉਹ ਦਰ ਖੋਲ੍ਹ ਕੇ ਪਿੱਛੇ ਆਇਆ ਅਤੇ ਉਹਨਾਂ ਦਾ ਨਾਂ ਲੈ ਲੈ ਕੇ ਮਾਲਕ ਆਵਾਜ਼ਾਂ ਦੇ ਰਹੇ। ਮਹਾਰਾਜ ਇੱਥੇ ਫਰਮਾਉਂਦੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੇ ਲਾਗੇ ਹਰ ਫੇਰੇ, ਕਹਿਤ ਕਬੀਰ ਕਬੀਰ। ਜਦੋਂ ਮਾਲਕ ਫਿਰ ਆਏ ਅਤੇ ਉਹ ਨਹੀਂ ਬੋਲੇ ਅਤੇ ਉਹ ਫੜ ਕੇ ਅੰਦਰ ਲੈ ਗਈ ਮਹਿਲ ਦੇ ਵਿੱਚ। ਜਦੋਂ ਮਹਿਲ ਦੇ ਵਿੱਚ ਅੰਦਰ ਲੈ ਕੇ ਗਏ ਅਤੇ ਮਾਲਕ ਬੁਲਾਉਣ ਅਤੇ ਉਹ ਬੋਲਣ, ਜਿਵੇਂ ਬੱਚਾ ਹੁੰਦਾ ਵੀ ਉਹ ਰੋਸ ਕਰਦਾ ਵੀ ਇੰਨਾ ਸਮਾਂ ਹੋ ਗਿਆ ਮੈਨੂੰ ਬੁਲਾਇਆ ਕਾਹਤੋਂ। ਉਹ ਮਾਲਕ ਬੁਲਾਉਣ ਅਤੇ ਉਹ ਬੋਲੀ ਨਹੀਂ। ਜਦੋਂ ਨਹੀਂ ਬੋਲੇ ਅਤੇ ਮਾਲਕ ਨੇ ਫਿਰ ਕੀ ਕੀਤਾ, ਉਹਨਾਂ ਦੇ ਮੁੱਖ ਦੇ ਵਿੱਚ ਜਿਹੜਾ ਅੰਮ੍ਰਿਤ ਸੀ ਉਹ ਅੰਮ੍ਰਿਤ ਪਾ ਦਿੱਤਾ। ਜਦੋਂ ਮੁੱਖ 'ਚ ਅੰਮ੍ਰਿਤ ਪਾਇਆ ਅਤੇ ਸਦਾ ਵਾਸਤੇ ਉਹਨਾਂ ਨੂੰ ਅਮਰ ਕਰ ਦਿੱਤਾ। ਮਹਾਰਾਜ ਕਹਿੰਦੇ ਹਰ ਅੰਮ੍ਰਿਤ ਰਸ ਪਾਇਆ, ਮੋਇਆ ਜਵਾਇਆ, ਫਿਰ ਬੌੜ ਮਰਨ ਨਾ ਹੋਈ। ਮਾਲਕ ਉਹਨਾਂ ਨੂੰ ਕਹਿੰਦਾ ਵੀ ਹੁਣ ਤਾਂ ਤੁਹਾਨੂੰ ਸਦਾ ਵਾਸਤੇ ਅਮਰ ਕਰ ਦਿੱਤਾ, ਹੁਣ ਤੁਹਾਡੀ ਦੁਬਾਰਾ ਮੌਤ ਨਹੀਂ ਹੋਏਗੀ, ਹੁਣ ਤਾਂ ਕੁਝ ਬੋਲੋ। ਅਤੇ ਬਾਬਾ ਕਬੀਰ ਜੀ ਫਿਰ ਦੱਸਦੇ, ਕਹਿੰਦੇ ਵੀ ਜਦੋਂ ਅਸੀਂ ਨੇਤਰ ਖੋਲ੍ਹੇ ਅਤੇ ਦੇਖਿਆ ਵੀ ਪ੍ਰਕਾਸ਼ ਹੀ ਪ੍ਰਕਾਸ਼, ਅਤੇ ਫਿਰ ਉੱਥੇ ਮਾਲਕ ਦੇ ਨਾਲ ਉਹਨਾਂ ਦੀ ਵਿਚਾਰ ਹੋਈ। ਉੱਥੇ ਮਾਲਕ ਫਿਰ ਸਾਡੇ ਨਾਲ ਗੱਲਾਂ ਬਾਤਾਂ ਕਰਦਾ ਬੈਠ ਕੇ। ਉਦੋਂ ਫਿਰ ਜਿਹੜੀ ਵਿਚਾਰ ਹੁੰਦੀ ਅਤੇ ਫਿਰ ਉੱਥੇ ਗਿਆਨ ਨੂੰ ਮਾਲਕ ਸਾਨੂੰ ਉਹ ਨਾਮ ਦੀ ਦਾਤ, ਜਿਹੜਾ ਉਹ ਖਜ਼ਾਨਾ ਸੌਂਪ ਦਿੰਦਾ, ਜਿਸ ਨੂੰ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਬਾਬਾ ਕਬੀਰ ਜੀ ਫਿਰ ਦੱਸਦੇ, ਕਹਿੰਦੇ ਵੀ ਜਦੋਂ ਅਸੀਂ ਉਹ ਕੋਠੜੀ ਦੇ ਵਿੱਚ ਗਏ, 10ਵੇਂ ਦਵਾਰ ਨੂੰ ਕੋਠੜੀ ਦਾ ਵੀ ਨਾਮ ਦਿੱਤਾ। ਇਹ ਸਰੀਰ ਨੂੰ ਕੋਠਾ ਕਹਿ ਕੇ ਉਹਨੂੰ ਕੋਠੜੀ ਕਹਿ ਦਿੱਤੀ। ਅਤੇ ਉਹ ਕੋਠੜੀ ਦੇ ਵਿੱਚ ਕਹਿੰਦੇ ਜਦੋਂ ਗਏ, ਸਾਡੀ ਉੱਥੇ ਜਾ ਕੇ ਮਾਲਕ ਦੇ ਨਾਲ ਵਿਚਾਰ ਹੋਈ ਅਤੇ ਉੱਥੋਂ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਈ। ਫਿਰ ਉਸ ਨਾਮ ਦਾ ਭੇਤ ਜਿਹੜੇ ਜੀਵ ਸੰਸਾਰ 'ਚ ਇੱਧਰ ਭੁੱਲੇ ਹੋਏ ਸੀ ਉਹਨਾਂ ਨੂੰ ਦੇਣਾ ਸ਼ੁਰੂ ਕੀਤਾ। ਜਿਨ੍ਹਾਂ ਨੇ ਫਿਰ ਬਾਬਾ ਕਬੀਰ ਜੀ ਦੀ ਇਹ ਵਿਚਾਰ ਨੂੰ ਧਿਆਨ ਦੇ ਨਾਲ ਸੁਣਿਆ, ਸੁਣ ਕੇ ਮੰਨਿਆ, ਅਤੇ ਉਹਨਾਂ ਨੂੰ ਵੀ ਭੇਤ ਆ ਗਿਆ ਆਪਦੇ ਘਰ ਦਾ, ਉਹ ਵੀ ਘਰ ਚਲੇ ਗਏ।
ਉਹ ਵੀ ਜਿਹੜੀਆਂ ਸੁਰਤੀਆਂ ਸੀ ਉਹ ਵੀ ਸੁਹਾਗਣਾ ਹੋ ਗਈਆਂ, ਉਹ ਵੀ ਸਦਾ ਸਥਿਰ ਹੋ ਗਈਆਂ। ਮਹਾਰਾਜ ਇੱਥੇ ਫਰਮਾਉਂਦੇ ਕੋਠੜੇ ਮੇ ਕੋਠੜੀ ਪਰਮ ਕੋਠੀ ਵਿਚਾਰ, ਗੁਰਦੀਨੀ ਵਸ ਕਬੀਰ ਕੋ ਲੇਹੋ ਬਸ ਸੰਭਾਰ, ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਨ ਪਾਇਆ ਥਿਰਤਾ ਕਾ ਸੁਹਾਗ। ਬਈ ਜਿਨ੍ਹਾਂ ਨੇ ਅੰਮ੍ਰਿਤ ਰਸ ਦੀ ਪ੍ਰਾਪਤੀ ਕਰ ਲਈ ਉਹਨਾਂ ਦਾ ਜਿਹੜਾ ਸੁਹਾਗ ਉਹ ਸਦਾ ਸੁਹਾਗਣਾ ਹੋ ਗਈਆਂ। ਉਹ ਸਦਾ ਵਾਸਤੇ ਉਹ ਸੁਰਤੀਆਂ ਜਿਹੜੀਆਂ ਅਮਰ ਹੋ ਗਈਆਂ, ਉਹ ਸਦਾ ਲਈ ਅਵਿਨਾਸੀ ਹੋ ਗਈਆਂ। ਫਿਰ ਇੱਥੇ ਜਦੋਂ ਸਾਡਾ ਮਨ ਜਾਂਦਾ ਹੈ ਮਹਿਲ ਦੇ ਵਿੱਚ, ਫਿਰ ਮਾਲਕ ਇੱਥੇ ਗਿਆ ਨੂੰ ਸਾਨੂੰ ਉਹ ਨਾਮ ਦੀ ਦਾਤ, ਜਿਸ ਦੇ ਅਸੀਂ ਵਣਜਾਰੇ, ਜਿਹਦਾ ਅਸੀਂ ਵਣਜ ਕਰਨ ਆਏ ਸੀ ਨਾਮ ਦਾ, ਫਿਰ ਉਹ ਨਾਮ ਰਤਨ ਦੀ ਆਪਾਂ ਨੂੰ ਪ੍ਰਾਪਤੀ ਹੋ ਜਾਂਦੀ ਅਤੇ ਮਾਲਕ ਸਦਾ ਵਾਸਤੇ ਆਪਾਂ ਨੂੰ ਅਮਰ ਕਰ ਦਿੰਦੇ, ਸਦਾ ਵਾਸਤੇ ਆਪਾਂ ਨੂੰ ਉਹ ਜੀਵਨ ਮੁਕਤ ਕਰ ਦਿੰਦੇ। ਸੋ ਹੁਣ ਇਹ ਮਹਿਲ ਦੇ ਵਿੱਚ ਜਾਣ ਵਾਸਤੇ, ਉੱਥੇ ਪਹੁੰਚਣ ਵਾਸਤੇ ਇਹਨਾਂ ਤੱਤਾਂ ਨੂੰ ਆਪਾਂ ਨੂੰ ਪਾਰ ਕਰਨਾ ਪੈਣਾ, ਅਤੇ ਪਾਰ ਕਰਨ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਣਾ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਇਸੇ ਕਰਕੇ ਕਰਦੇ ਹਾਂ ਵੀ ਅਸੀਂ ਇਹ ਗੁਫਾ ਦੇ ਅੰਦਰ ਪ੍ਰਵੇਸ਼ ਹੋ ਜਾਈਏ ਅਤੇ ਇਹਨਾਂ ਤੱਤਾਂ ਨੂੰ ਪਾਰ ਕਰ ਜਾਈਏ ਅਤੇ ਆਪਣੇ ਘਰੋਂ ਮਹਿਲ ਦੇ ਵਿੱਚ ਚਲੇ ਜਾਈਏ। ਆਓ ਹੁਣ ਇਹਨਾਂ ਤੱਤਾਂ ਨੂੰ ਪਾਰ ਕਰਨ ਵਾਸਤੇ ਆਪਾਂ ਨੂੰ ਜੋ ਸਤਿਗੁਰੂ ਦੇ ਸਾਸਗਿਰਾ ਸਿਮਰਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਵੀ ਸਿਮਰਨ ਅਭਿਆਸ ਕਰਦੇ ਕਰਦੇ ਆਪਾਂ ਇਹਨਾਂ ਤੱਤਾਂ ਨੂੰ ਪਾਰ ਕਰਦੇ ਜਾਣਾ। ਹੌਲੀ ਹੌਲੀ ਆਪਾਂ ਸਿਮਰਨ ਕਰਦੇ ਇਹਨਾਂ ਮਨ ਨੂੰ ਸਹਿਜ 'ਚ ਲੈ ਜਾਣਾ ਵੀ ਇਹ ਸਾਡਾ ਜਿਹੜਾ ਸਰੀਰ ਹੈ ਇਹਦਾ ਸਾਨੂੰ ਬਿਲਕੁਲ ਹੀ ਚੇਤਾ ਭੁੱਲ ਜੇ। ਇਹ ਜਿਹੜੀਆਂ ਅੱਖਾਂ ਨੇ ਇਹ ਅੱਖਾਂ ਤੋਂ ਸਾਡਾ ਸੰਪਰਕ ਟੁੱਟ ਜੇ, ਕੰਨਾਂ ਤੋਂ ਸੰਪਰਕ ਟੁੱਟ ਜੇ ਵੀ ਸਾਨੂੰ ਸੁਣਨਾ ਬੰਦ ਹੋ ਜੇ। ਰਸਨਾ ਤੋਂ ਅਸੀਂ ਹੌਲੀ ਹੌਲੀ ਸਹਿਜ ਦੇ ਵਿੱਚ ਇਹਨੇ ਆਪਦੇ ਆਪ ਹੀ ਬੰਦ ਹੋ ਜਾਣਾ ਅਤੇ ਫਿਰ ਅਸੀਂ ਇਹਨਾਂ ਤੱਤਾਂ ਨੂੰ ਪਾਰ ਕਰਨਾ। ਤੱਤਾਂ ਨੂੰ ਕਰਨ ਦਾ ਭਾਵ ਵੀ ਇਹ ਸਰੀਰ ਤੋਂ ਉੱਪਰ ਉੱਠਣਾ ਸੀ। ਫਿਰ ਉਹ 10ਵਾਂ ਦੁਆਰ ਆਉਂਦਾ, ਫਿਰ ਉਹ ਮੋਖ ਦਾ ਹੱਟ ਆਉਂਦਾ ਜਿੱਥੋਂ ਸਾਨੂੰ ਇਹ ਨਾਮ ਰਤਨ ਦੀ ਪ੍ਰਾਪਤੀ ਹੁੰਦੀ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਕਹਿੰਦੇ ਪੌਣ ਪਾਣੀ ਅਗਨੀ ਵਿਸਰਾਓ ਤਹੀਂ ਨਿਰੰਜਨ ਸਾਚਾ ਨਾਉ। ਵੀ ਜਿੱਥੇ ਪੌਣ ਪਾਣੀ ਅਗਨ ਇਹ ਤੱਤ ਇਹਨਾਂ ਨੂੰ ਅਸੀਂ ਪਾਰ ਕਰਕੇ ਉੱਥੋਂ ਅੱਗੇ ਨਾਮ ਨੇ ਸ਼ੁਰੂ ਹੋਣਾ। ਜਦ ਤੱਕ ਹੁਣ ਅਸੀਂ ਇਹ ਸਰੀਰ ਨੂੰ ਨਹੀਂ ਛੱਡਦੇ ਉਹਨਾਂ ਸਮਾਂ ਅਸੀਂ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ। ਤਾਂਹੀਓ ਮਹਾਰਾਜ ਫਰਮਾਉਂਦੇ ਕਬੀਰ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਵੀ ਪਹਿਲਾਂ ਇਹ ਸਰੀਰ ਨੂੰ ਤਜਣਾ, ਇਹਨੂੰ ਛੱਡਣਾ ਸਿੱਖੋ। ਵੀ ਇਹ ਅੱਖਾਂ ਤੋਂ ਸੁਰਤੀ ਨੂੰ ਕੱਢੋ, ਕੰਨਾਂ 'ਚੋਂ ਸੁਰਤੀ ਨੂੰ ਕੱਢੋ, ਰਸਨਾ 'ਚੋਂ ਕੱਢੋ ਅਤੇ ਫਿਰ ਅਸੀਂ ਉਹ ਨਾਮ ਤੱਕ ਪਹੁੰਚਾਂਗੇ। ਸੋ ਇਸ ਵਾਸਤੇ ਹੁਣ ਇਹ ਆਪਾਂ ਸਿਮਰਨ ਕਰਦੇ ਕਰਦੇ ਇੰਨਾ ਸਹਿਜ 'ਚ ਚਲੇ ਜਾਣਾ ਵੀ ਸਾਨੂੰ ਬਿਲਕੁਲ ਨੀਂਦ ਆ ਜੇ। ਅਤੇ ਨੀਂਦ ਵੀ ਐਸੀ ਆਵੇ ਵੀ ਸਾਨੂੰ ਇੱਧਰੋਂ ਬਿਲਕੁਲ ਹੀ ਸਰੀਰ ਨਾਲੋਂ ਸੰਬੰਧ ਟੁੱਟ ਜੇ ਸਾਡਾ। ਅਤੇ ਫਿਰ ਅਸੀਂ ਉਹ ਅੱਗੇ ਜਾ ਕੇ ਉਹਨੂੰ ਸੁੰਨ ਕਹਿੰਦੇ, ਸੁੰਨ ਤੋਂ ਫਿਰ ਅੱਗੇ ਸਹਿਜ ਸ਼ੁਰੂ ਹੁੰਦਾ ਅਤੇ ਫਿਰ ਉਹ ਸਾਨੂੰ ਨਾਮ ਹੈ ਜਿਹੜਾ ਉਹ ਨਾਮ ਸੁਣਾਈ ਦਿੰਦਾ ਹੈ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਸਾਰੀ ਆਪਣੇ ਅੰਦਰ ਦੀ ਖੋਜ ਆ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਕੀ ਕੁਝ ਸਾਡੇ ਅੰਦਰ ਸਤਿਗੁਰੂ ਸਾਨੂੰ ਕੀ ਸਮਝਾ ਰਹੇ ਨੇ। ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਆਪਾਂ ਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ। ਵਾਰ ਵਾਰ ਆਪਾਂ ਹੀ ਵਿਚਾਰ ਕਰਦੇ ਹਾਂ, ਸੁਣਦੇ ਹਾਂ। ਇਹਦੇ ਨਾਲ ਫਿਰ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਕਿ ਗੁਰਬਾਣੀ ਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਸਾਡਾ ਇਹ ਜੀਵਨ ਦਾ ਅਸਲ ਮਕਸਦ ਵਾਹਿਗੁਰੂ ਨੂੰ ਮਿਲਣਾ, ਆਪਣੇ ਘਰ ਜਾਣਾ, ਮਹਿਲ ਦੇ ਵਿੱਚ ਕਿਵੇਂ ਜਾਣਾ, ਕਿਵੇਂ ਇਹਨਾਂ ਤੱਤਾਂ ਨੂੰ ਪਾਰ ਕਰਨਾ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਜ ਦਿੱਤਾ। ਅਤੇ ਆਪਾਂ ਵੀ ਇਹ ਭੇਦ ਲੈ ਕੇ ਆਪਦੇ ਘਰ ਜਾ ਸਕਦੇ ਅਤੇ ਸਦਾ ਵਾਸਤੇ ਆਪਾਂ ਅਮਰ ਹੋ ਸਕਦੇ, ਸਦਾ ਵਾਸਤੇ ਜੀਵਨ ਮੁਕਤ ਹੋ ਸਕਦੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।